हाँ जी मित्रों, की हाल चाल ने जी। स्वागत है थोड़ा एक नवे सैगमेंट दे विच। ये हैगी है जी एक पॉडकास्ट। सो पॉडकास्ट का पहला एपीसोड आ। पॉडकास्ट का मैनूं अजे ना नहीं पता मैं की रखना है, पर आप उदा ही पॉडकास्ट कह दिंदे आ। सो पॉडकास्ट का स्वागत है। पॉडकास्ट असीं तां शुरू कर रहे हैं, या मैं तां शुरू कर रहा वां ਜਿਹੜੇ कई सवाल बहुते आउंदे ਜਿਹੜੇ कमेंटां ਦੇ ਵਿੱਚ ਆਉਂਦੇ ਆ, ਮੈਨੂੰ मैसेज ਆਉਂਦੇ ਜਿਹੜੇ ਉਹਨਾਂ ਦੇ जवाब देण ਦੇ ਲਈ ਜਾਂ ਕੋਈ ਵੀ ਹੋਰ ਜਿਹੜੀ ਗੱਲਬਾਤ ਆਪਾਂ ਕਰ ਸਕਦੇ ਆ। ਤੁਹਾਡਾ ਕੋਈ ਚੀਜ਼ ਕੋਈ ਡੀਟੇਲ ਦੇ ਵਿੱਚ ਕੋਈ ਡੂੰਗੀ ਚੀਜ਼ ਜਿਹੜੀ ਸ਼ੇਅਰ ਕਰ ਸਕਦੇ ਹੋ ਉਹਦੇ ਲਈ। ਜਿਹੜੇ ਵਲੌਗਸ ਹੁੰਦੇ ਨੇ ਉਹ ਹੁੰਦੇ ਨੇ ਜ਼ਿਆਦਾ ਮਨੋਰੰਜਨ ਦੇ ਲਈ। ਤੁਹਾਨੂੰ ਪਤਾ ਹੀ ਆ ਕਿ ਵਲੌਗ ਜਿਹੜੇ ਦੇਖ ਕੇ ਜ਼ਿਆਦਾ ਲੋਕਾਂ ਨੂੰ ਹੁੰਦਾ ਵਾ ਕਿ ਦੇਖ ਕੇ ਮਜ਼ਾ ਆਵੇ, ਘੜੀ ਟਾਈਮ ਪਾਸ ਹੋ ਜੇ, ਹੈ ਨਾ। ਤੇ ਜਿਹੜੀ ਪੋਡਕਾਸਟ ਹੈ ਇਹ ਚੀਜ਼ ਥੋੜੀ ਇੱਕ ਉਤੋਂ ਕਹਿੰਦੇ ਅਗਲੀ ਲੇਅਰ ਲਾ ਲਓ कि ਜਿਹੜੇ ਯਾਰ ਮਿੱਤਰ ਹੋਰ ਡੀਟੇਲ ਦੇ ਵਿੱਚ ਵਿਸਥਾਰ ਦੇ ਵਿੱਚ ਕੋਈ ਨਵੀਂ ਜਾਣਨਾ ਚਾਹੁੰਦੇ ਆ, ਜਾਂ ਮੇਰੇ ਬਾਰੇ ਕੁਝ ਜਾਣਨਾ ਚਾਹੁੰਦੇ ਆ, ਜਾਂ ਮੇਰਾ ਸੁਭਾਅ ਕਿੱਦਾਂ ਦਾ ਆ, ਜਾਂ ਮੈਂ ਕਿਹੜੀ ਚੀਜ਼ ਬਾਰੇ ਦੱਸ ਸਕਦਾ ਆ, ਉਹਨਾਂ ਚੀਜ਼ਾਂ ਬਾਰੇ ਜਾਣਨਾ ਚਾਹੁੰਦੇ ਆ, ਉਹਨਾਂ ਦੇ ਲਈ ਆ ਬਹੁਤ ਹੀ ਚੀਜ਼ ਆ ਜੀ। ਇੱਕ ਪੋਡਕਾਸਟ ਤੋਂ ਪੋਡਕਾਸਟ ਸ਼ੁਰੂ ਕਰ ਰਿਹਾ ਤੇ ਕਹਿੰਦੇ ਆ ਕਿ ਜਦੋਂ ਵੀ ਕੁਝ ਸ਼ੁਰੂ ਕਰੋ ਹਮੇਸ਼ਾ ਉਹਦੇ ਪਿੱਛੇ ਕਾਰਨ ਹੋਣਾ ਚਾਹੀਦਾ, ਕੋਈ ਨਾ ਕੋਈ ਰੀਜ਼ਨ ਹੋਣਾ ਚਾਹੀਦਾ। ਸੋ ਇਹਦਾ ਪਹਿਲਾ ਰੀਜ਼ਨ ਤਾਂ ਇਹੋ ਹੀ ਆ ਕਿ ਡੀਟੇਲ ਦੇ ਵਿੱਚ ਸਵਾਲਾਂ ਦੇ ਜਵਾਬ ਵਿਸਥਾਰ ਦੇ ਨਾਲ ਦੇ ਸਕਦੇ ਹਾਂ। ਤੇ ਦੂਜਾ ਕਾਰਨ ਇਹ ਆ ਕਿ ਜਦੋਂ ਮੈਂ ਟਰੱਕ ਡਰਾਈਵ ਕਰਦਾ ਹਾਂ, ਲਗਾਤਾਰ ਟਰੱਕ ਦੇ ਉੱਤੇ ਬੈਠਾ ਹੁੰਦਾ ਲੰਬੇ ਟਾਈਮ ਦੇ ਲਈ, ਉਦੋਂ ਆਪਾਂ ਵੀਡੀਓ ਤਾਂ ਕੋਈ ਬਹੁਤੀ ਬਣਾ ਨਹੀਂ ਸਕਦੇ, ਹੈ ਨਾ। ਵੱਧ ਤੋਂ ਵੱਧ ਮੈਂ ਤੁਹਾਨੂੰ ਇੱਕ ਟਾਈਮ ਲੈਪਸ ਬਣਾ ਕੇ ਦੇ ਸਕਦਾ, ਉਹ ਤਾਂ ਵੈਸੇ ਹੀ ਬਣ ਜੂਗਾ। ਪਰ ਮੈਨੂੰ ਹੁੰਦਾ ਕਿ ਟਾਈਮ ਮਾਰਨ ਨਾਲੋਂ, ਟਾਈਮ ਕਿਲ ਕਰਨ ਨਾਲੋਂ, ਵਿਹਲਾ ਟਾਈਮ ਕੱਢਣ ਨਾਲੋਂ ਕੋਈ ਨਾ ਕੋਈ ਗੱਲਬਾਤ ਕਰ ਲਓ, ਕੋਈ ਨਾ ਕੋਈ ਸਵਾਲਾਂ ਦੇ ਜਵਾਬ ਦੇ ਦਿਓ, ਥੋੜ੍ਹੀ ਜਿਹੀ ਹੋਰ ਕੰਟੈਂਟ ਤੁਹਾਡੇ ਲਈ ਬਣ ਜੇ ਤੇ ਜਿਹੜੀ ਚੈਨਲ ਦੀ ਕੰਸਿਸਟੈਂਸੀ ਆ ਉਹ ਥੋੜ੍ਹੀ ਜਿਹੀ ਹੋਰ ਬਣੀ ਰਵੇ। ਸੋ ਉਹਦੇ ਕਰਕੇ ਇਹ ਵੀ ਰੀਜ਼ਨ ਹੈ ਬਹੁਤ ਜ਼ਰੂਰੀ। ਇੱਕ ਹੋਰ ਕਾਰਨ ਉਹ ਹੈਗਾ ਹੈ ਜੀ ਕਨੈਕਟਡ, ਮਤਲਬ ਕਿ ਜਿਹੜੇ ਵੀਰ ਮੈਨੂੰ ਪਹਿਲਾਂ ਮੈਂ ਦੱਸ ਚੁੱਕਿਆ ਕਿ ਕਨੈਕਟਡ ਫੀਲ ਕਰਦੇ ਹੋ ਕਿ ਜਦੋਂ ਵੀ ਕੋਈ ਟੌਪਿਕ ਦੇ ਉੱਪਰ ਆਪਾਂ ਡੀਟੇਲ ਦੇ ਵਿੱਚ ਗੱਲ ਕਰਦੇ ਹਾਂ। ਕਿ ਕਹਾਵਤ ਹੈ ਨਾ ਇੰਗਲਿਸ਼ ਦੇ ਵਿੱਚ ਕਿ ਜਿਹੜਾ ਟਰੂਥ ਹੈ ਦਾ ਟਰੂਥ ਇਜ਼ ਲੌਂਗ ਐਂਡ ਬੋਰਿੰਗ। ਮਤਲਬ ਬੋਰਿੰਗ ਤਾਂ ਆਪਾਂ ਨਹੀਂ ਬਣਾਵਾਂਗੇ, ਪਰ ਕਹਿੰਦੇ ਜਿਹੜੇ ਸੱਚਾਈ ਆ ਉਹ ਬਹੁਤ ਲੰਬੀ ਹੁੰਦੀ ਹੈ। ਉਹਦਾ ਜਵਾਬ ਜਿਹੜੇ ਵਿਸਥਾਰ ਦੇ ਵਿੱਚ ਜਵਾਬ ਹੁੰਦੇ ਆ ਤਾਂ ਕਿ ਅਗਲੇ ਨੂੰ ਸਹੀ ਤਰੀਕੇ ਨਾਲ ਸਮਝ ਲੱਗ ਜਾਏ, ਉਹ ਲੰਬੇ ਹੁੰਦੇ ਆ। ਜਿਹੜੇ ਦੂਜੇ ਆਪਾਂ ਕੁਇਕ ਸ਼ੋਰਟ ਆਨਸਰ ਦੇ ਦਿੰਦੇ ਆ ਉਹਦੇ ਨਾਲ ਅਗਲੇ ਨੂੰ ਪੂਰੀ ਤਰੀਕੇ ਨਾਲ ਸਮਝ ਨਹੀਂ ਲੱਗਦੀ ਗੱਲ ਦੀ। ਮਤਲਬ ਕਿ ਹਰ ਕੋਈ ਇਹੋ ਸੋਚ ਲੈਂਦਾ ਕਿ ਸ਼ਾਇਦ ਇੱਦਾਂ ਹੋ ਜਾ ਉੱਦਾਂ, ਮਤਲਬ ਕਿ ਇੱਕ ਝੂਠੀ ਇਮੇਜ ਬਣਾ ਲਈ ਮਨ ਦੇ ਵਿੱਚ, ਹੈ ਨਾ। ਉਹ ਜੇਕਰ ਤੁਸੀਂ ਵਿਸਥਾਰ ਦੇ ਵਿੱਚ ਮੇਰੇ ਤੋਂ ਕੋਈ ਗੱਲ ਸੁਣੋਗੇ ਤੁਹਾਨੂੰ ਹੋਰ ਕਲੈਰਿਟੀ ਹੋ ਜੂਗੀ ਉਸ ਚੀਜ਼ ਦੇ ਉੱਪਰ, ਹੈ ਨਾ। ਅਤੇ ਸਾਡਾ ਇਹੋ ਹੀ ਕੋਸ਼ਿਸ਼ ਹੈ ਕਿ ਇੱਕ ਤਾਂ ਤੁਹਾਡਾ ਐਂਟਰਟੇਨਮੈਂਟ ਹੁੰਦਾ ਰਹੇ, ਦੂਜਾ ਜੇਕਰ ਤੁਸੀਂ ਪੋਡਕਾਸਟ ਸੁਣਦੇ ਹੋ, ਤੁਸੀਂ ਸੁਣਦੇ ਫੋਨ ਸਾਈਡ 'ਤੇ ਵੀ ਰੱਖ ਸਕਦੇ ਹੋ, ਕੋਈ ਕੰਮ ਕਰ ਰਹੇ ਹੋ ਉਹ ਵੀ ਕਰ ਸਕਦੇ ਹੋ, ਨਾਲ ਦੀ ਨਾਲ ਜੇ ਗੱਡੀ ਡਰਾਈਵ ਕਰ ਰਹੇ ਹੋ ਪੋਡਕਾਸਟ ਸੁਣਦੇ ਗੱਡੀ ਵੀ ਡਰਾਈਵ ਕਰ ਸਕਦੇ ਹੋ, ਤੁਹਾਨੂੰ ਸਕਰੀਨ ਦੇਖਣ ਦੀ ਲੋੜ ਨਹੀਂ ਹੈਗੀ। ਸੋ ਇਹਦਾ ਇਹ ਵੀ ਬਹੁਤ ਫਾਇਦਾ ਹੁੰਦਾ ਪੋਡਕਾਸਟ ਦਾ। ਅਤੇ ਇਸ ਕਰਕੇ ਜੀ ਇੱਕ ਨਵੀਂ ਚੀਜ਼ ਸ਼ੁਰੂ ਕਰ ਰਹੇ ਜੀ ਪੋਡਕਾਸਟ ਤੋਂ ਹਾਜ਼ਰ ਹੈ ਤੁਹਾਡੇ ਲਈ। ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਜਿਹੜੇ ਸਵਾਲ ਨੇ ਉਹ ਲਵਾਂਗੇ ਆਪਾਂ ਕੁਛ ਕਮੈਂਟਾਂ ਦੇ ਵਿੱਚੋਂ, ਕੁਛ ਮੈਸੇਜਾਂ ਦੇ ਵਿੱਚੋਂ। ਜਿਹੜੇ ਕੋਈ ਮੈਸੇਜ ਜਾਂ ਕਮੈਂਟ ਮੈਨੂੰ ਆਉਂਦੇ ਆ ਵੀਡੀਓਜ਼ ਦੇ ਉੱਪਰ, ਵਲੌਗਸ ਦੇ ਉੱਪਰ, ਜਾਂ ਉੱਦਾਂ ਵੀ ਕੋਈ ਮੈਸੇਜ ਆਉਂਦੇ ਰਹਿੰਦੇ ਆ, ਉਹਨਾਂ ਦੇ ਵਿੱਚੋਂ ਕੋਈ ਸਵਾਲ ਜਿਹੜੇ ਕੱਢ ਕੇ ਉਹਦੇ ਜਵਾਬ ਦੇ ਦਿਆ ਕਰਾਂਗੇ। ਕੋਸ਼ਿਸ਼ ਇਹੋ ਹੀ ਆ ਕਿ ਮਨੋਰੰਜਨ ਜਿਹੜਾ ਤੁਹਾਡਾ ਹੁੰਦਾ ਰਹੇ, ਤੁਹਾਨੂੰ ਇੰਟਰਸਟਿੰਗ ਰਹੇ, ਕੋਈ ਨਾ ਕੋਈ ਗੱਲ ਇੰਟਰਸਟਿੰਗ ਬਣਦੀ ਰਹੇ, ਤੇ ਨਾਲ ਥੋੜ੍ਹੀ ਇਨਫੋਰਮੇਸ਼ਨ ਜਿਹੜੀ ਮਿਲਦੀ ਰਹੇ। ਚਲੋ ਬਹੁਤ ਹੋ ਗਈ ਇੰਟਰੋਡਕਸ਼ਨ, ਹੁਣ ਆਪਾਂ ਕਰਦੇ ਹਾਂ ਜਿਹੜੀ ਪਹਿਲੀ ਪੋਡਕਾਸਟ ਸ਼ੁਰੂ ਕਰਦੇ ਹਾਂ। ਤੇ ਕਰਦੇ ਆ ਪਹਿਲੇ ਸਵਾਲ ਤੋਂ ਸ਼ੁਰੂ। ਅੱਛਾ ਨਹੀਂ ਸੱਚ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਦਈਏ ਕਿ ਦੇਖੋ ਸਵਾਲ ਤੁਸੀਂ ਸੁਣ ਰਹੇ ਹੋ, ਉਹਨਾਂ ਦੇ ਜਵਾਬ ਵੀ ਤੁਸੀਂ ਸੁਣਨ ਲੱਗੇ ਹੋ, ਤੇ ਮੈਨੂੰ ਪਤਾ ਨਹੀਂ ਤੁਹਾਡੇ 'ਚੋਂ ਕਿੰਨੇ ਜਣਿਆਂ ਨੇ ਐਂਡ ਤੱਕ ਪੂਰੀ ਸੁਣਨੀ ਆ। ਸੋ ਮੈਂ ਪਹਿਲਾਂ ਹੀ ਦੱਸਦਾ, ਜੇ ਤੁਹਾਡੇ ਮਨ 'ਚ ਕੋਈ ਸਵਾਲ ਆ ਜਿਵੇਂ ਉਹਦਾ ਜਵਾਬ ਨਹੀਂ ਦਿੱਤਾ, ਤੁਸੀਂ ਉਹ ਹਮੇਸ਼ਾ ਕਮੈਂਟਾਂ 'ਚ ਜ਼ਰੂਰ ਲਿਖ ਦਿਆ ਕਰਿਓ ਤਾਂ ਕਿ ਆਪਾਂ ਅੱਗੇ ਚੱਲਦੇ ਹਾਂ ਉਹਦਾ ਜਵਾਬ ਵੀ ਦੇ ਦਿਆ ਕਰੀਏ, ਹੈ ਨਾ। ਸੋ ਕਮੈਂਟਾਂ ਦੇ ਵਿੱਚ ਜ਼ਰੂਰ ਮੇਰੇ ਵੀਰ ਆਪਣਾ ਸਵਾਲ ਜਿਹੜਾ ਵੀ ਦਿਮਾਗ 'ਚ ਉੱਠਦਾ ਆ ਉਹ ਲਿਖ ਦਿਓ, ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੀ ਪੋਡਕਾਸਟ ਦੇ ਵਿੱਚ ਉਹਦਾ ਜਵਾਬ ਵਧੀਆ ਤਰੀਕੇ ਨਾਲ ਦੇਵਾਂ। ਪੂਰਨ ਰਾਜਪੂਤ ਦਾ ਸਵਾਲ ਆ, ਅਜੇ ਥੋੜ੍ਹਾ ਟਾਈਮ ਹੋਇਆ ਉਹਨੂੰ ਕਮੈਂਟ ਕੀਤੇ ਨੂੰ। ਬਾਈ ਨੇ ਪੁੱਛਿਆ ਵਾ ਕਿ ਬਾਈ ਜੀ ਅੰਗਰੇਜ਼ੀ ਆਉਣੀ ਜ਼ਰੂਰੀ ਹੈ। ਸੋ ਬਾਈ ਨੇ ਪੁੱਛਿਆ ਕਿ ਅੰਗਰੇਜ਼ੀ ਆਉਣੀ ਜ਼ਰੂਰੀ ਆ, ਮਤਲਬ ਕਿ ਜਿੱਦਾਂ ਮੈਂ ਟਰੱਕ ਚਲਾਉਂਦਾ ਵਾਂ, ਜਿੱਥੇ ਤੱਕ ਮੈਨੂੰ ਪਤਾ ਵਾ ਕਿ ਸਵਾਲ ਦਾ ਇਹੋ ਮਤਲਬ ਹੋਣਾ ਆ ਕਿ ਟਰੱਕ ਚਲਾਉਣ ਦੇ ਲਈ ਜਾਂ ਆਹ ਵਾਲੀ ਜੌਬ ਕਰਨ ਦੇ ਲਈ ਕੀ ਅੰਗਰੇਜ਼ੀ ਆਉਣੀ ਜ਼ਰੂਰੀ ਹੈ। ਵੀਰੇ ਦੇਖੋ, ਜੇਕਰ ਤਾਂ ਅੰਗਰੇਜ਼ੀ ਸਾਨੂੰ ਸਾਰਿਆਂ ਨੂੰ ਥੋੜ੍ਹੀ ਬਹੁਤੀ ਆਉਂਦੀ ਹੁੰਦੀ ਹੈ। ਹੁਣ ਜਿੱਦਾਂ ਵੀਰ ਨੇ ਵੀ ਸਵਾਲ ਜਿਹੜਾ ਪੁੱਛਿਆ ਵਾ, ਲਿਖਿਆ ਪੰਜਾਬੀ ਆ ਪਰ ਲਿਖਿਆ ਇੰਗਲਿਸ਼ ਦੇ ਵਿੱਚ ਹੈ ਨਾ, ਸ਼ਬਦ ਜਿਹੜੇ ਇੰਗਲਿਸ਼ ਦੇ ਵਰਤੇ ਆ। ਮਤਲਬ ਕਿ ਬਾਈ ਨੂੰ ਪਤਾ ਵਾ ਇੰਗਲਿਸ਼ ਦਾ ਕੁਛ ਹੱਦ ਤੱਕ ਤਾਂ ਪਤਾ ਹੀ ਹੈ, ਹੈ ਨਾ। ਉੱਦਾਂ ਹੀ ਸਾਨੂੰ ਸਾਰਿਆਂ ਨੂੰ ਇੰਗਲਿਸ਼ ਜਿਹੜੀ ਆ ਥੋੜ੍ਹੀ ਬਹੁਤੀ ਆਉਂਦੀ ਹੁੰਦੀ ਆ। ਤੇ ਉਹੀ ਗੱਲ ਹੈ ਕਿ ਇਹਦੇ ਟਰੱਕਿੰਗ ਦੇ ਵਿੱਚ ਤੁਹਾਨੂੰ ਥੋੜ੍ਹੀ ਬਹੁਤੀ ਇੰਗਲਿਸ਼ ਜਿਹੜੀ ਉਹ ਚਾਹੀਦੀ ਆ, ਉਨੀ ਕੀ ਚਾਹੀਦੀ ਆ ਜਿੰਨੀ ਕਿ ਤੁਸੀਂ ਜਦੋਂ ਕਿਤੇ ਮਿਲ ਤੋਂ ਲੋਡ ਚੁੱਕਣਾ ਜਾਂ ਕਿਤੇ ਲੋਡ ਡਰੋਪ ਕਰਨਾ, ਅਗਲੇ ਨਾਲ ਕਮਿਊਨੀਕੇਟ ਕਰਨ ਜੋਗੇ ਹੋਵੋ, ਅਗਲੇ ਨੂੰ ਦੱਸਣ ਜੋਗੇ ਹੋਵੋ ਸਿਰਫ ਆਪਣੀ ਇੰਨੀ ਗੱਲ ਕਿ ਮੈਂ ਆਹ ਵਾਲਾ ਲੋਡ ਚੁੱਕਣਾ ਆਇਆ ਵਾਂ, ਤੇ ਅਗਲੇ ਤੁਹਾਨੂੰ ਸਮਝਾ ਸਕਣ ਤੇ ਤੁਸੀਂ ਸਮਝ ਕੇ ਤੇ ਉਹਨਾਂ ਦੇ ਜਿਹੜੇ ਡਾਇਰੈਕਸ਼ਨਸ ਨੇ ਉਹਨਾਂ ਨੂੰ ਫੋਲੋ ਕਰ ਸਕੋ, ਹੈ ਨਾ। ਬਹੁਤ ਜ਼ਿਆਦਾ ਜ਼ਰੂਰੀ ਨਹੀਂ ਕਿ ਇੰਗਲਿਸ਼, ਪਰ ਉਨੀ ਕਿ ਜ਼ਰੂਰੀ ਆ ਕਿ ਜਿੰਨੀ ਕੁ ਨਾਲ ਤੁਹਾਨੂੰ ਕਲੀਅਰਲੀ ਡਾਇਰੈਕਸ਼ਨਸ ਪਤਾ ਲੱਗ ਜਾਣ, ਤੁਹਾਨੂੰ ਜਿਹੜੇ ਇੰਸਟਰਕਸ਼ਨਸ ਨੇ ਉਹ ਤੁਸੀਂ ਫੋਲੋ ਕਰ ਸਕੋ, ਅਗਲੇ ਨੂੰ ਦੱਸ ਸਕੋ ਕਿ ਮੈਂ ਲੋਡ ਕਿੱਥੋਂ ਚੁੱਕਣਾ ਤੇ ਕਿੱਥੇ ਲਾਉਣਾ।
ਇੰਨੀ ਜਿਹੜੀ ਇੰਗਲਿਸ਼ ਆ ਉਹ ਜ਼ਰੂਰੀ ਆ। ਤੁਸੀਂ ਕਿਸੇ ਨਾਲ ਇੱਥੇ ਹਾਸਾ ਮਖੌਲ ਤਾਂ ਕਰਨਾ ਨਹੀਂ ਹੈ ਨਾ ਇੰਗਲਿਸ਼ ਦੇ ਵਿੱਚ, ਬਸ ਬੜੀ ਅਤੇ ਓਨੀ ਕੁ ਇੰਗਲਿਸ਼ ਮੈਂ ਤੁਹਾਨੂੰ ਇਹ ਵੀ ਦੱਸ ਦੇਣੀ ਚਾਹੁੰਦਾ ਕਿ ਜਦੋਂ ਤੁਸੀਂ ਕਿਤੇ ਜਾਂਦੇ ਹੋ ਜਾਂ ਕਿਤੇ ਤੁਹਾਨੂੰ ਉੱਦਾਂ ਦੀ ਸਿਚੁਏਸ਼ਨ ਦੇ ਵਿੱਚ ਫਸ ਜਾਂਦੇ ਹੋ, ਤੁਹਾਨੂੰ ਉਹ ਫਸ ਕੇ ਮਹੀਨੇ 2 ਮਹੀਨਿਆਂ ਦੇ ਵਿੱਚ ਵੈਸੇ ਵੀ ਆ ਹੀ ਜਾਂਦੀ ਓਨੀ ਇੰਗਲਿਸ਼। ਸੋ ਇਹ ਇੰਗਲਿਸ਼ ਬਹੁਤ ਹੀ ਵੱਡਾ ਹਊਆ ਨਹੀਂ ਹੈਗਾ। ਤੁਸੀਂ ਜੇ ਪੰਜਾਬੀ ਬੋਲਦੇ ਹੋ ਕੋਈ ਚੱਕਰ ਨਹੀਂ, ਵੈਸੇ ਵੀ ਟਰੱਕਿੰਗ ਇੰਡਸਟਰੀ ਯਾਰ ਹੈ ਹੀ ਪੰਜਾਬੀਆਂ ਦੀ ਆ। ਜੇ ਇੱਕ ਵੀਰ ਨੂੰ ਨਹੀਂ ਪਤਾ ਲੱਗੀ ਉਹ ਗੱਲ ਕਿਸੇ ਹੋਰ ਪੰਜਾਬੀ ਵੀਰ ਨੇ ਸਮਝਾ ਦੇਣੀ ਆ। ਸੋ ਇਸ ਚੀਜ਼ ਦੀ ਬਹੁਤੀ ਟੈਨਸ਼ਨ ਨਾ ਲਿਆ ਕਰੋ। ਜੇ ਤੁਸੀਂ ਜੌਬ ਕਰਨੀ ਐਜ਼ ਅ ਟਰੱਕ ਡਰਾਈਵਰ, ਤੁਹਾਨੂੰ ਇੰਗਲਿਸ਼ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈਗੀ। ਤੁਸੀਂ ਕਰ ਸਕਦੇ ਹੋ, ਥੋੜ੍ਹੀ ਬਹੁਤੀ ਨਾਲ ਵੀ ਕਰ ਸਕਦੇ ਹੋ, ਤਾਂ ਤੁਸੀਂ ਸਾਰ ਸਕਦੇ ਹੋ ਆਪਣਾ, ਇਹਦਾ ਕੋਈ ਚੱਕਰ ਨਹੀਂ। ਕਿਉਂਕਿ ਇਹ ਤੁਸੀਂ ਕੋਲੈਬੋਰੇਸ਼ਨ ਦੇ ਵਿੱਚ ਕੰਮ ਤਾਂ ਕਰਨਾ ਨਹੀਂ, ਇੱਦਾਂ ਤਾਂ ਹੈਗਾ ਨਹੀਂ ਕਿ ਤੁਸੀਂ ਹੋਰ ਗੋਰੇ ਇੰਪਲੋਈਜ਼ ਦੇ ਨਾਲ ਕੰਮ ਕਰ ਰਹੇ ਹੋ ਜਿਨ੍ਹਾਂ ਨਾਲ ਤੁਹਾਨੂੰ ਸਮਝਣ ਦੀ ਲੋੜ ਹੈ, ਜਿਨ੍ਹਾਂ ਦੀ ਤੁਹਾਨੂੰ ਸਮਝਣ ਦੀ ਲੋੜ ਹੈ। ਸੋ ਤਾਂ ਕਰਕੇ ਇੰਗਲਿਸ਼ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈਗੀ, ਪਰ ਹਾਂ ਉਨੀ ਕਿ ਜਿੰਨੀ ਕਿ ਤੁਹਾਨੂੰ ਤੁਸੀਂ। ਚਲੋ ਅਗਲੇ ਸਵਾਲ 'ਤੇ ਜਾਂਦੇ ਹਾਂ। ਇੱਕੋ ਸਵਾਲ 'ਤੇ ਨਹੀਂ ਫਸੇ ਰਹਿਣਾ ਆਪਾਂ ਬਹੁਤਾ ਟਾਈਮ। ਪਹਿਲੀ ਪੋਡਕਾਸਟ ਹੈ, ਮਾਫ਼ ਕਰਿਓ ਜੇਕਰ ਥੋੜ੍ਹੀ ਜਿਹੀ ਕੀ ਕਹਿੰਦੇ ਆ ਗੜਬੜ ਕਰਦਾ, ਸਹੀ ਨਹੀਂ ਬੋਲਦਾ, ਕਿਉਂਕਿ ਹੌਲੀ ਹੌਲੀ ਬੋਲਣਾ ਵੀ ਆਊਗਾ ਤਰੀਕੇ ਨਾਲ, ਹੈ ਨਾ। ਅਤੇ ਲਓ ਜੀ ਅਗਲਾ ਸਵਾਲ ਆ ਗਿਆ ਜੀ। ਉਸਤਾਦ ਜੀ ਸੇਫਟੀ ਹੈਲਮਟ 'ਤੇ ਇੰਨੇ ਸਟਿੱਕਰ ਕਾਹਦੇ ਨੇ? ਇਹ ਪੁੱਛਿਆ ਵਾ ਜੀ ਹਰਵਿੰਦਰ ਸਿੰਘ ਵੀਰ ਨੇ ਪੁੱਛਿਆ ਵਾ ਕਿ ਸੇਫਟੀ ਹੈਲਮਟ ਹਾਰਡ ਹੈਡ ਜਿਹੜੀ ਆਪਾਂ ਜਦੋਂ ਕਿਤੇ ਆਪਾਂ ਜਾਈਦਾ ਨਾ ਮਿੱਲ ਵਗੈਰਾ ਦੇ ਉੱਪਰ, ਉੱਥੇ ਹਾਰਡ ਹੈਡ ਜਿਹੜੀ ਪਾ ਕੇ ਅੰਦਰ ਜਾਣਾ ਹੁੰਦਾ ਵਾ। ਜਦੋਂ ਤੁਸੀਂ ਲੋਡ ਵਗੈਰਾ ਕਰਾਉਂਦੇ ਹੋ, ਜਿੱਦਾਂ ਮੈਂ ਲੋਡ ਕਰਾਉਣਾ ਹੈ ਕਿਸੇ ਵੀ ਤਰ੍ਹਾਂ ਦਾ, ਅੰਦਰ ਹਾਰਡ ਹੈਡ ਪਾ ਕੇ ਜਾਣਾ ਹੁੰਦਾ, ਉਹਦੇ ਬਾਰੇ ਵੀਰ ਨੇ ਪੁੱਛਿਆ ਹੋਊਗਾ ਜ਼ਰੂਰ। ਉਹਦਾ ਮੈਂ ਜਵਾਬ ਦੇਣਾ ਚਾਹੁੰਦਾ ਕਿ ਹਾਰਡ ਹੈਡ ਦੇ ਉੱਪਰ ਜਿਹੜੇ ਸਟਿੱਕਰ ਲੱਗੇ ਹੁੰਦੇ ਆ ਉਹ ਕਾਹਦੇ ਹੁੰਦੇ ਆ, ਜਿਹੜੇ ਇੰਨੇ ਸਟਿੱਕਰ ਲੱਗੇ ਹੁੰਦੇ ਆ। ਸੋ ਹਾਰਡ ਹੈਡ ਇੱਦਾਂ ਵਾ ਕਿ ਜਦੋਂ ਵੀ ਤੁਸੀਂ ਕਿਸੇ ਮਿੱਲ ਜਾਂ ਵੇਅਰ ਹਾਊਸ ਜਾਂ ਕਿਸੇ ਵੀ ਉੱਦਾਂ ਦੀ ਜਗ੍ਹਾ 'ਤੇ ਜਾਂਦੇ ਹੋ ਜਿੱਥੇ ਉਹ ਸੇਫਟੀ ਜਿਹੜੀ ਬਹੁਤ ਹੀ ਸਟ੍ਰਿਕਟਲੀ ਲੈ ਕੇ ਚੱਲਦੇ ਨੇ, ਬਹੁਤ ਹੀ ਸੇਫ ਚੱਲਦੇ ਨੇ, ਜਦੋਂ ਵੀ ਕਿਤੇ ਜਾਂਦੇ ਹੋ ਉਹ ਇਹ ਕਰਦੇ ਆ ਕਿ ਜਦੋਂ ਵੀ ਕੋਈ ਨਵਾਂ ਡਰਾਈਵਰ ਉੱਥੇ ਆਉਂਦਾ ਵਾ ਉਹਦੀ ਇੱਕ ਕਰਦੇ ਆ ਓਰੀਐਂਟੇਸ਼ਨ ਹੁਣ ਕੀ ਹੁੰਦੀ ਆ? ਓਰੀਐਂਟੇਸ਼ਨ ਹੁੰਦੀ ਹੈ ਕਿ ਉਹ ਤੁਹਾਨੂੰ ਸਮਝਾਉਂਦੇ ਆ ਕਿ ਇੱਥੇ ਸੇਫਲੀ ਕਿਵੇਂ ਕੰਮ ਕਰਨਾ, ਕਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਅਤੇ ਕਿਹੜੀਆਂ ਚੀਜ਼ਾਂ ਕਰਨੀਆਂ ਤੁਸੀਂ ਨਹੀਂ ਜੇ ਅਲਾਊਡ। ਜਿਵੇਂ ਜੇ ਤੁਸੀਂ ਲੋਡ ਕਰ ਰਹੇ ਹੋ ਅਤੇ ਆਪਣੇ ਟਰੱਕ ਦੇ ਉੱਪਰ ਟਾਰਪਾ ਪਾ ਰਹੇ ਹੋ, ਟਾਰਪ ਜਿਹੜੀ ਉੱਪਰ ਚੜ੍ਹ ਕੇ ਪਾਉਣਾ, ਸੇਫਟੀ ਹਾਰਨੈਸ ਪਾਉਣੀ, ਸਿਰ ਦੇ ਉੱਤੇ ਹਾਰਡ ਹੈਡ ਪਾਉਣੀ, ਪੈਰੀ ਸੇਫਟੀ ਬੂਟ ਪਾਉਣੇ, ਸੇਫਟੀ ਵੈਸਟ ਪਾਉਣੀ, ਗਲਵਜ਼ ਪਾਉਣੇ, ਸੇਫਟੀ ਗਲਾਸਿਸ ਪਾਉਣੀਆਂ। ਇਹ ਚੀਜ਼ਾਂ ਜੋ ਵੀ ਇੱਦਾਂ ਦੇ ਹੋਰ ਵੀ ਐਗਜ਼ਾਮਪਲ ਹੋਣਗੇ, ਅਤੇ ਹਰੇਕ ਮਿੱਲ ਦਾ ਥੋੜ੍ਹਾ ਜਿਹਾ ਸਿਸਟਮ ਡਿਫਰੈਂਟ ਹੁੰਦਾ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਮਝਾਉਂਦੇ ਆ ਓਰੀਐਂਟੇਸ਼ਨ ਕਰਦੇ ਹੋਏ, ਜਦੋਂ ਵੀ ਕੋਈ ਡਰਾਈਵਰ ਕੋਈ ਨਵੀਂ ਜਗ੍ਹਾ 'ਤੇ ਜਾਂਦਾ ਹੈ ਨਾ। ਅਤੇ ਜਦੋਂ ਤੁਹਾਡੀ ਓਰੀਐਂਟੇਸ਼ਨ ਖਤਮ ਕਰ ਦਿੰਦੇ ਆ, ਜੇ ਤੁਹਾਡੀ ਓਰੀਐਂਟੇਸ਼ਨ ਹੋ ਜਾਂਦੀ ਹੈ ਇੱਕ ਵਾਰੀ, ਫਿਰ ਉਹ ਤੁਹਾਨੂੰ ਇੱਕ ਸਟਿੱਕਰ ਦੇ ਦਿੰਦੇ ਆ ਆਪਣੀ ਹਾਰਡ ਹੈਡ ਦੇ ਉੱਪਰ ਲਾਉਣ ਦੇ ਲਈ ਜਾਂ ਆਪਣੇ ਹੈਲਮਟ ਦੇ ਉੱਪਰ ਲਾਉਣ ਦੇ ਲਈ। ਅਤੇ ਉਹ ਵਾਲਾ ਸਟਿੱਕਰ ਜਿਹੜਾ ਹੁੰਦਾ ਵਾ ਉਹ ਉਹਨਾਂ ਨੂੰ ਜਦੋਂ ਤੁਸੀਂ ਅਗਲੀ ਵਾਰ ਜਾਓਗੇ ਉਹਨਾਂ ਨੂੰ ਉਹ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਪਹਿਲਾਂ ਇੱਥੇ ਓਰੀਐਂਟੇਸ਼ਨ ਕਰ ਚੁੱਕਿਆ, ਇਹਨੂੰ ਪਤਾ ਆ ਕਿ ਇੱਥੇ ਕਿਵੇਂ ਕੰਮ ਕਰਨਾ। ਅਤੇ ਜੇ ਤੁਹਾਡੇ ਤੋਂ ਨਾ ਸਟਿੱਕਰ ਹੋਵੇ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਪਹਿਲਾਂ ਨਹੀਂ ਆਇਆ ਜਾਂ ਇਹਨੇ ਸਟਿੱਕਰ ਗਵਾ ਲਿਆ ਵਾ। ਪਰ ਜੇ ਤੁਹਾਡਾ ਸਟਿੱਕਰ ਗਵਾਚਾ ਹੋਵੇ ਤੁਹਾਨੂੰ ਦੋਹਰੇ ਓਰੀਐਂਟੇਸ਼ਨ ਕਰਵਾਉਂਦੇ ਆ। ਇਹੋ ਕਾਰਨ ਆ ਜਿਹੜਾ ਤੁਹਾਡਾ ਹੈਲਮਟ ਦੇ ਉੱਪਰ ਜਿਹੜੇ ਸਟਿੱਕਰ ਲੱਗੇ ਹੁੰਦੇ ਆ, ਹੈ ਨਾ ਜੀ। ਵੀਰ ਲੋਵਿਸ਼ ਕੰਬੋਜ ਵੀਰ ਨੇ ਪੁੱਛਿਆ ਵਾ, ਵੀਰ ਨੇ ਸਵਾਲ ਤਾਂ ਨਹੀਂ ਕਮੈਂਟ ਕੀਤਾ ਸੀਗਾ, ਅਤੇ ਸਵਾਲ ਹੀ ਮੰਨ ਲੈਂਦੇ ਆਪਾਂ ਕਿਉਂਕਿ ਕਮੈਂਟ ਕੁਛ ਇੱਦਾਂ ਦਾ ਵਾ ਕਿ ਤੂੰ ਟਰੱਕ ਜਿਹੜਾ ਵਾ ਉਹ ਚੱਲਦਾ ਹੀ ਛੱਡ ਜਾਂਦਾ ਆ। ਸੋ ਵਲੌਗ ਦੇ ਵਿੱਚ ਕਦੀ ਕੀ ਹੁੰਦਾ ਵਾ ਕਿ ਜਦੋਂ ਮੈਂ ਮੰਨ ਲਓ ਕਿ ਮੈਂ ਟਰੱਕ 'ਚੋਂ ਬਾਹਰ ਨਿਕਲਿਆ, ਮੈਂ ਫਟਾਫਟ ਕੌਫੀ ਲੈਣ ਜਾ ਰਿਹਾ ਹੈ ਨਾ, ਅਤੇ ਇੱਧਰ ਨੇੜੇ ਕੋਈ ਟਿਮ ਹੋਰਟਨਸ ਦਾ ਜਾਂ ਕੋਈ ਮੈਕਡੋਨਲਡ ਲਿਆ ਜਾਂ ਕੋਈ ਬਿਲਕੁਲ ਇੱਥੋਂ ਜਿੱਦਾਂ ਮੰਨ ਲਓ 50 ਮੀਟਰ ਦੀ ਦੂਰੀ 'ਤੇ ਕੋਈ ਚੀਜ਼ ਆ, ਉੱਥੇ ਜੇ ਜਾਣਾ ਹੋਵੇ ਤੁਰ ਕੇ, ਅਤੇ ਮੈਂ ਟਰੱਕ ਜਿਹੜਾ ਉਹ ਚੱਲਦਾ ਹੀ ਛੱਡ ਜਾਂਦਾ। ਸੋ ਉਹਨੇ ਇਹੋ ਕਰਕੇ ਪੁੱਛਿਆ ਹੋਣਾ ਵਾ ਕਿ ਤੂੰ ਟਰੱਕ ਕਿਉਂ ਚੱਲਦਾ ਛੱਡ ਜਾਂਦਾ। ਸੋ ਇਹ ਚੀਜ਼ ਇੱਦਾਂ ਵਾ ਕਿ ਜਦੋਂ ਵੀ ਟਰੱਕ ਜਿਹੜੇ ਆਪਾਂ ਕਿਤੇ ਨੇੜੇ ਜਾਣਾ ਹੁੰਦਾ ਵਾ, ਇੱਕ ਜ਼ਰੂਰੀ ਨਹੀਂ ਹੈ ਕਿ ਸਾਰੇ ਛੱਡ, ਮੈਂ ਕਿਉਂ ਛੱਡ ਗਿਆ ਨਾ। ਬਹੁਤ ਜਣੇ ਇੱਦਾਂ ਕਰਦੇ ਆ ਕਿ ਟਰੱਕ ਜਿਹੜਾ ਹਮੇਸ਼ਾ ਬੰਦ ਨਹੀਂ ਕਰਦੇ ਬਾਹਰ ਜਾਣ ਲੱਗਿਆ, ਕਿਉਂਕਿ ਜਦੋਂ ਤੁਸੀਂ ਬਿਲਕੁਲ ਨੇੜੇ ਜਾਣਾ ਹੁੰਦਾ ਆ ਉਦੋਂ ਫਿਰ ਟਰੱਕ ਬੰਦ ਕਰਨ ਦਾ ਕੋਈ ਫਾਇਦਾ ਨਹੀਂ। ਕਿਉਂਕਿ ਜੇ ਤੁਸੀਂ ਟਰੱਕ ਨੂੰ ਬੰਦ ਕਰੋਗੇ ਇੰਨੀ ਠੰਡ ਦੇ ਵਿੱਚ ਜਿਹੜਾ ਇੰਜਣ ਹੈ ਉਹਨੇ ਝੱਟ ਠੰਡਾ ਹੋਣ ਲੱਗ ਪੈਣਾ। ਜੇਕਰ ਤੁਸੀਂ 10 ਮਿੰਟ ਲਾਏ ਉਹਨੂੰ ਇੰਜਣ ਨੇ ਮਤਲਬ ਕਾਫੀ ਠੰਡਾ ਹੋਣਾ, ਫਿਰ ਤੁਹਾਨੂੰ ਦੋਹਰੇ ਸਟਾਰਟ ਕਰਕੇ ਉਹਨੂੰ ਦੋਹਰੇ ਗਰਮ ਕਰਕੇ ਤੋੜਨਾ ਪੈਣਾ। ਉਹ ਤੋਂ ਚੰਗਾ ਹੈ ਕਿ ਆਪਾਂ 10-15 ਮਿੰਟ ਦੇ ਲਈ ਜਿਹੜਾ ਟਰੱਕ ਨੂੰ ਸਟਾਰਟ ਹੀ ਰਹਿਣ ਦੇਈਦਾ ਆ। ਇੱਕ ਤਾਂ ਕਿਉਂਕਿ ਠੰਡ ਦੇ ਵਿੱਚ ਪਤਾ ਨਹੀਂ ਨਾ ਕਿ ਪ੍ਰੋਬਲਮ ਨਾ ਕ੍ਰੀਏਟ ਕਰੇ, ਦੋਹਰੇ ਸਟਾਰਟ ਹੋਣ ਲੱਗਿਆ ਜਾਂ ਠੰਡਾ ਵੀ ਨਾ ਹੋਵੇ। ਮੇਨ ਗੱਲ ਇਹ ਹੁੰਦੀ ਕਿ ਇੰਜਣ ਠੰਡਾ ਨਾ ਹੋਵੇ, ਹੈ ਨਾ। ਦੋਹਰੇ ਬੰਦ ਕਰਕੇ ਸਟਾਰਟ ਕਰਨ ਨਾਲੋਂ ਆਪਾਂ ਉਹਨੂੰ ਚੱਲਦਾ ਹੀ ਛੱਡ ਦਈਦਾ ਆ। ਅਤੇ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਉਹਨੂੰ ਬੰਦ ਹੀ ਕਰਨਾ ਹੁੰਦਾ ਵਾ। ਜਦੋਂ ਕਿਤੇ ਬਹੁਤੇ ਲੰਬੇ ਟਾਈਮ ਲਈ ਮੈਂ ਕਿਤੇ ਬ੍ਰੇਕ ਲੈਣਾ ਵਾ ਘੰਟੇ 2 ਘੰਟੇ ਦੀ, ਫਿਰ ਤਾਂ ਆਪਾਂ ਟਰੱਕ ਨੂੰ ਬੰਦ ਕਰ ਹੀ ਦਈਦਾ ਆ ਫਿਰ, ਕਿਉਂਕਿ ਆਪਾਂ ਚਾਹੁੰਦੇ ਨਹੀਂ ਇੰਨਾ ਵੀ ਤੇਲ ਨਹੀਂ ਵੇਸਟ ਕਰਨਾ। ਅਤੇ ਦੂਜਾ ਲੌਕ ਵੀ ਨਹੀਂ ਕਰੀਦਾ ਬਹੁਤਾ, ਕਿਉਂਕਿ ਜਦੋਂ ਬਿਲਕੁਲ ਨੇੜੇ ਜਾਣਾ ਉਹ ਗੱਲ ਆ ਜਾਂਦੀ ਨਾ ਕਿ ਜਿੱਦਾਂ ਤੁਸੀਂ ਇੱਥੋਂ 10-20 ਕਦਮ ਜਾਂ 100 ਮੀਟਰ 200 ਮੀਟਰ ਲਾਗੇ ਜੇ ਜਾ ਰਹੇ ਹੋ ਕਿਤੋਂ ਕੁਛ ਲੈਣ, ਤੁਹਾਨੂੰ ਪਤਾ ਤੁਸੀਂ ਹੁਣੇ 5-10 ਮਿੰਟ ਤੱਕ ਵਾਪਸ ਆਉਣਾ, ਫਿਰ ਤੁਸੀਂ ਸੋਚਦੇ ਨਹੀਂ ਬਹੁਤਾ ਕਿ ਲੌਕ ਕਰਕੇ ਜਾਣਾ ਜ਼ਰੂਰੀ ਆ। ਪਰ ਹਾਂ ਲੌਕ ਕਰਨਾ ਚਾਹੀਦਾ, ਜ਼ਰੂਰ ਕਰਨਾ ਚਾਹੀਦਾ ਵਾ। ਸੋ ਕੋਸ਼ਿਸ਼ ਜ਼ਰੂਰ ਹੁੰਦੀ ਹੈ ਮੇਰੀ ਕਿ ਲੌਕ ਕਰਕੇ ਜਾਇਆ ਕਰਾਂ, ਪਰ ਮੈਂ ਬਹੁਤ ਘੱਟ ਕਰਦਾ ਯਾਰ, ਜਿਹੜੀ ਸਹੀ ਗੱਲ ਹੈ। ਮੈਂ ਲੌਕ ਬਹੁਤ ਘੱਟ ਕਰਦਾ ਆ। ਕਰਨਾ ਚਾਹੀਦਾ ਲੌਕ, ਪਰ ਇੱਥੇ ਥੋੜ੍ਹਾ ਜਿਹਾ ਡੇਂਜਰ ਘੱਟ ਹੁੰਦਾ, ਖਤਰਾ ਘੱਟ ਹੁੰਦਾ ਵਾ ਟਰੱਕ ਦੇ ਚੋਰੀ ਹੋਣ ਦਾ। ਇੱਕ ਅਲੀ ਰਾਜ਼ਾ ਦਾ ਸਵਾਲ ਆ, ਬਰੋ ਆਰ ਯੂ ਨਾਟ ਗੋਇੰਗ ਕੈਲੀਫੋਰਨੀਆ?
ਸੋ ਬਾਈ ਮੇਰੇ ਸਾਹਮਣੇ ਮੈਨੂੰ ਪੁੱਛਦਾ ਆ ਕਿ ਤੂੰ ਕੀ ਕੈਲੀਫੋਰਨੀਆ ਨਹੀਂ ਜਾਂਦਾ। ਵੀਰੇ ਮੈਂ ਨਹੀਂ ਜਾਂਦਾ ਕੈਲੀਫੋਰਨੀਆ ਖਾਸਾ ਦੂਰ ਪੈ ਜਾਂਦਾ ਸਾਨੂੰ ਇੱਥੋਂ 3-4 ਹਜ਼ਾਰ ਕਿਲੋਮੀਟਰ ਦੇ ਨੇੜੇ ਹੋਣਾ ਵਾ ਇੱਥੋਂ ਐਡਮਿੰਟਨ ਤੋਂ। ਅਮਰੀਕਾ ਜਾਈਦਾ ਜ਼ਰੂਰ ਆ ਪਰ ਕੈਲੀਫੋਰਨੀਆ ਜਿਹੜਾ ਉਹ ਥੋੜ੍ਹਾ ਜ਼ਿਆਦਾ ਦੂਰ ਪੈ ਜਾਂਦਾ ਵਾ, ਉੱਥੋਂ ਦਾ ਫਿਰ ਟ੍ਰਿਪ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ। ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੰਨਾ ਟਾਈਮ ਜਿਹੜਾ ਬਾਹਰ ਨਾ ਰਵਾਂ ਯਾਰ, ਬਾਹਰ ਰਹਿਣਾ ਬਹੁਤੇ ਦਿਨ ਵੀ ਜਿਹੜਾ ਔਖਾ ਹੋ ਜਾਂਦਾ ਹੈ ਨਾ, ਤਾਂ ਕਰਕੇ ਫਿਰ ਕੈਲੀਫੋਰਨੀਆ ਤਾਂ ਮੈਂ ਗਿਆ ਨਹੀਂ ਅਜੇ ਤੱਕ। ਹਾਂ ਇੱਧਰ ਨੂੰ ਟੋਰਾਂਟੋ ਵੱਲ ਜ਼ਰੂਰ ਗਿਆ ਵਾਂ, ਟੋਰਾਂਟੋ ਮੌਂਟਰੀਅਲ, ਉਹ ਵੀ ਸਾਨੂੰ ਇੰਨਾ ਕੀ ਦੂਰ ਪੈਂਦਾ ਹੈ ਪਰ ਉਹ ਕੈਨੇਡਾ ਦੇ ਵਿੱਚ ਆ। ਕੈਲੀਫੋਰਨੀਆ ਜ਼ਰੂਰ ਜਾਵਾਂਗੇ ਕਿਤੇ ਨਾ ਕਿਤੇ, ਮੈਂ ਜ਼ਰੂਰ ਵਲੌਗ ਬਣਾਊਂਗਾ ਕੈਲੀਫੋਰਨੀਆ ਦੀ ਵੀ, ਉਸ ਰਾਸਤੇ ਦੀ ਵੀ। ਇੱਧਰ ਨੂੰ ਟੈਕਸਸ ਵਗੈਰਾ ਹੋਰ ਵੀ ਬੜੇ ਜ਼ਿਆਦਾ ਸ਼ਹਿਰ ਨੇ, ਜਿਹੜੇ ਵੱਡੇ ਸ਼ਹਿਰ ਨੇ ਜਿਹੜੇ ਆਪਾਂ ਅਜੇ ਐਕਸਪਲੋਰ ਨਹੀਂ ਕੀਤੇ, ਜਿਹੜੀਆਂ ਥਾਵਾਂ 'ਤੇ ਮੈਂ ਅਜੇ ਨਹੀਂ ਗਿਆ ਕਿਉਂਕਿ ਮੈਨੂੰ ਅਜੇ ਬਹੁਤਾ ਟਾਈਮ ਨਹੀਂ ਹੋਇਆ ਡਰਾਈਵ ਕਰਦੇ ਨੂੰ, ਅਤੇ ਵਲੌਗ ਕਰਦੇ ਨੂੰ ਤਾਂ ਬਿਲਕੁਲ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ। ਸੋ ਸਾਰੀਆਂ ਚੀਜ਼ਾਂ ਮੈਂ ਹੌਲੀ ਜਦੋਂ ਵੀ ਕਿਤੇ ਜਾਊਂਗਾ ਵਲੌਗ ਕਰਦਾ ਰਿਹਾ ਕਰੂੰਗਾ, ਤੁਹਾਡੇ ਸਾਹਮਣੇ ਹੀ ਹੋਣਗੀਆਂ, ਟੈਨਸ਼ਨ ਨਾ ਲਓ ਤੁਸੀਂ ਵੀਰੇ। ਕੈਲੀਫੋਰਨੀਆ ਵੀ ਚੱਲ ਜਾਂਗੇ ਇੱਕ ਨਾ ਇੱਕ ਦਿਨ। ਅਗਲਾ ਇੱਕ ਸਵਾਲ ਆਇਆ ਵਾ ਕਿ ਵਾਈ ਫ੍ਰੀ 'ਚ ਟਰੱਕ ਕੱਢਿਆ ਤੇਰਾ, ਉਹ ਵਾਲੀ ਜਿਹੜੀ ਮੇਰੀ ਟਰੱਕ ਹੋ ਗਿਆ ਸਟਕ ਵਾਲੀ ਵੀਡੀਓ ਸੀਗੀ, ਲੇਕ ਦੇ ਉੱਪਰ, ਫਰੋਜ਼ਨ ਲੇਕ ਦੇ ਉੱਪਰ ਟਰੱਕ ਫਸ ਗਿਆ ਸੀਗਾ। ਉਹਦੇ 'ਤੇ ਇੱਦਾਂ ਦੇ ਸਵਾਲ ਹੋਰ ਵੀ ਆਏ ਆ ਕਿਉਂਕਿ ਟੋ ਟਰੱਕ ਬੁਲਾਇਆ ਸੀ ਜਿਹੜਾ, ਉਹ ਵਲੌਗ ਦੇ ਵਿੱਚ ਮੈਂ ਪਾਇਆ ਸੀ ਕਿ ਟੋ ਟਰੱਕ ਜਿੱਦਾਂ ਮੇਰਾ ਟਰੱਕ ਕੱਢ ਰਿਹਾ ਵਾ ਕਿ ਕਿੰਨੇ ਕੁ ਪੈਸੇ ਲੈ ਲਏ ਉਹਨੇ, ਉਹਦੇ ਲਈ ਸਵਾਲ ਆਉਂਦਾ ਕਾਫੀ। ਸੋ ਉਹਦਾ ਮੈਂ ਜਵਾਬ ਦੇ ਦਿੰਦਾ ਕਿ ਉਹ ਵੀਰ ਨੇ ਲਏ ਸੀਗੇ $1600 ਲਏ ਸੀਗੇ ਉਹ ਟੋ ਟਰੱਕ ਵਾਲੇ ਨੇ। ਉਹਦੇ ਬਾਰੇ ਹੋਰ ਮੈਂ ਦੱਸਦਾ ਕਿ ਟੋ ਟਰੱਕ ਵਾਲਿਆਂ ਦਾ ਇੱਦਾਂ ਹੁੰਦਾ ਵਾ ਕਿ ਉਹ ਡਿਪੈਂਡ ਕਰਦਾ ਵਾ ਕਿ ਉਹ ਕਿੰਨੀ ਦੂਰੋਂ ਆ ਰਿਹਾ ਟੋ ਟਰੱਕ। ਜੇਕਰ ਮੰਨ ਲਓ ਕਿ ਤੁਸੀਂ ਕਿਤੇ ਨੇੜੇ ਹੀ ਹੋ ਟੋ ਟਰੱਕ ਵਾਲਿਆਂ ਦੇ, ਤੇ ਉਹਨਾਂ ਦਾ ਸਭ ਤੋਂ ਵੱਧ ਤੋਂ ਵੱਧ 2 ਘੰਟੇ ਲੱਗਦੇ ਆ, ਫਿਰ ਤੁਹਾਨੂੰ ਉਹਨਾਂ ਨੇ ਉਸ ਹਿਸਾਬ ਨਾਲ ਚਾਰਜ ਕਰਨਾ ਹੈ ਨਾ, ਕਿਉਂਕਿ ਹਰੇਕ ਟੋ ਟਰੱਕ ਕੰਪਨੀ ਦਾ ਪ੍ਰਾਈਸ ਥੋੜ੍ਹਾ ਜਿਹਾ ਡਿਫਰੈਂਟ ਆ, ਪਰ ਆਵਰ ਰੇਟ ਹੁੰਦਾ ਉਹਨਾਂ ਦਾ। ਕਿ ਜੇਕਰ ਕੋਈ ਟੋ ਟਰੱਕ ਵਾਲਾ 3 ਘੰਟੇ ਡਰਾਈਵ ਕਰਕੇ ਤੁਹਾਡੇ ਵੱਲ ਆ ਰਿਹਾ ਵਾ ਤਾਂ 3 ਘੰਟੇ ਉਹਦੇ ਵਾਪਸੀ ਲੱਗ ਜਾਣੇ ਆ, ਅਤੇ 2 ਘੰਟੇ ਉਹਦੇ ਉੱਥੇ ਲੱਗ ਗਏ, ਫਿਰ ਉਹਦੇ ਘੰਟੇ ਐਡ ਹੋ ਜਾਂਦੇ 8 ਘੰਟੇ। ਮੰਨ ਲਓ ਕਿੰਨੇ ਬਣ ਗਏ, 6 ਕਿ 8 ਬਣ ਗਏ ਨਾ, 8 ਘੰਟੇ ਬਣ ਗਏ ਟੋਟਲ। 8 ਘੰਟੇ ਦਾ ਫਿਰ ਉਹਨੇ ਆਪਣੇ ਰੇਟ ਦੇ ਨਾਲ ਹਿਸਾਬ ਨਾਲ ਚਾਰਜ ਕਰਨਾ ਹੁੰਦਾ ਵਾ, ਅਤੇ ਮੈਨੂੰ ਕਾਫੀ ਟਾਈਮ ਲੱਗ ਗਿਆ ਸੀ ਉੱਥੋਂ ਕੱਢਦਿਆਂ ਵੀ, ਅਤੇ ਉੱਦਾਂ ਵੀ ਉਹਨੂੰ ਕਾਫੀ ਦੂਰ ਆਉਣਾ ਪਿਆ, ਉਹਦੇ ਕਰਕੇ ਉਹਦੇ ਕਾਫੀ ਪੈਸੇ ਉਹਨੇ $1600 ਸੀਗੇ ਜਿਹੜੇ ਟੋ ਟਰੱਕ ਵਾਲੇ ਨੇ ਉਹ ਕੱਟੇ ਮੇਰੇ। ਪਰ ਹਾਂ ਇਹਦੇ ਨਾਲ ਮੈਂ ਇੱਕ ਗੱਲ ਇਹ ਵੀ ਕਰ ਦੇਣੀ ਚਾਹੁੰਦਾ ਕਿ ਉਹ ਜਿਹੜਾ ਕੰਮ ਸੀਗਾ ਬਹੁਤ ਡੇਂਜਰਸ ਸੀਗਾ। ਮੈਂ ਇੱਕ ਫਰੋਜ਼ਨ ਲੇਕ ਦੇ ਉੱਪਰ ਸੀ, ਜੰਮੀ ਹੋਈ ਲੇਕ ਜਿਹੜੀ, ਉਹਦੇ ਉੱਪਰ ਚਲ ਗਿਆ ਸੀਗਾ ਗਲਤੀ ਦੇ ਨਾਲ, ਅਤੇ ਉਹ ਚੰਗੀ ਗੱਲ ਆ ਕਿ ਬਚਾ ਰਿਹਾ, ਮਤਲਬ ਕਿ ਮੇਰਾ ਵੀ ਬਚਾ ਰਿਹਾ, ਟਰੱਕ ਦਾ ਵੀ ਬਚਾ ਰਿਹਾ, ਕੋਈ ਚੀਜ਼ ਟੁੱਟੀ ਨਹੀਂ, ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਵੀ, ਅਤੇ ਆਪਾਂ ਮਤਲਬ ਸਬੂਤੇ ਵਾਪਸ ਆ ਗਏ ਹਾਂ ਵਾਪਸ, ਚੰਗੀ ਗੱਲ ਹੈ। ਨਹੀਂ ਤਾਂ ਰਿਸਕੀ ਬਹੁਤ ਸੀਗਾ ਕੰਮ। ਸੋ ਜਿਹੜੀ ਪੈਸੇ ਦਾ ਤਾਂ ਉਹੀ ਹੈ ਕਿ ਜੇ ਲੱਗ ਗਏ ਤਾਂ ਲੱਗ ਗਏ, ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਆ ਯਾਰ, ਫੇਰ ਬਣ ਜਾਣਗੇ, ਪਰ ਜਿਹੜੀ ਆਪਣੀ ਜਾਨ ਹੈ ਉਹ ਬਚਣੀ ਉਹ ਜ਼ਰੂਰੀ ਹੈ ਸਭ ਤੋਂ, ਹੈ ਨਾ। ਸੋ ਟੋ ਟਰੱਕ ਵਾਲਿਆਂ ਨੇ ਲਈ ਸੀ ਵੀਰੇ $1600 ਘੰਟਿਆਂ ਦੇ ਹਿਸਾਬ ਦੇ ਨਾਲ ਲੈਂਦੇ ਆ ਪੈਸੇ ਟੋ ਟਰੱਕ ਵਾਲੇ, ਕਿ ਕਿੰਨਾ ਉਹਨਾਂ ਨੇ ਟਾਈਮ ਲਾਇਆ ਤੁਹਾਡੀ ਹੈਲਪ ਕਰਨ ਦੇ ਵਿੱਚ। ਅੱਛਾ, ਰੇਂਜ ਤੁਹਾਡੀ ਸੀ ਬਰੋ, ਇਹ ਵਾਲਾ ਕਮੈਂਟ ਆਇਆ ਵਾ ਮਾਂ ਗੋਇੰਗ ਬੈਕ ਟੂ ਕੈਨੇਡਾ ਵਾਲਾ, ਕਿ ਕਿਉਂਕਿ ਕਈ ਵੀਰ ਜਿਹੜੇ ਆ ਉਹ ਦੇਖਦੇ ਆ, ਸ਼ਾਇਦ ਕਦੀ ਦੇਖਦੇ ਹੋਣੇ ਮੇਰੀ ਵੀਡੀਓਜ਼, ਉਹਨਾਂ ਨੂੰ ਪਤਾ ਨਹੀਂ ਹੈ ਕਿ ਮਤਲਬ ਕੀ ਸਿਸਟਮ ਹੈ ਮੇਰਾ, ਕੀ ਹਿਸਾਬ ਕਿਤਾਬ ਆ। ਹਾਂਜੀ ਵੀਰੇ, ਜਿਹੜੀ ਰੇਂਜ ਆ ਉਹ ਮੇਰੀ ਹੋਈ ਆ, ਮੈਂ ਹੀ ਖਰੀਦੀ ਆ, ਮੈਂ ਹੀ ਗਲ ਢੋਲ ਪਾਇਆ ਵਾ ਜਿਹੜਾ ਵਜਾ ਰਹੇ ਆ। ਬਾਈ ਜੀ ਟਿਊਨ ਦਾ ਨਾਮ ਦੱਸ ਦਿਓ ਪਲੀਜ਼। ਸੋ ਟਿਊਨ ਜਿਹੜਾ ਮਿਊਜ਼ਿਕ, ਜਿਹੜੀਆਂ ਵਲੌਗਸ ਜਿਹੜੀਆਂ ਮੈਂ ਬਣਾਉਣਾ, ਉਹਨਾਂ ਦੇ ਬੈਕਗਰਾਊਂਡ 'ਚ ਨਾ ਇੱਕ ਮਿਊਜ਼ਿਕ ਵਗੈਰਾ ਵੱਜਦਾ, ਇੱਕ ਮੇਰੀ ਜਿੱਦਾਂ ਇੰਟਰੋਡਕਸ਼ਨ ਵਾਲੀ ਵੀਡੀਓ ਵਾ ਕੋਈ, ਅਤੇ ਉਹਦੇ ਇਲਾਵਾ ਉੱਦਾਂ ਵੀ ਬੈਕਗਰਾਊਂਡ 'ਚ ਕੋਈ ਨਾ ਕੋਈ ਮਿਊਜ਼ਿਕ ਜਿਹੜਾ ਉਹ ਵੱਜਦਾ ਰਹਿੰਦਾ, ਪੰਜਾਬੀ ਬੀਟਾਂ ਵਗੈਰਾ। ਅਤੇ ਉਹਦੇ ਬਾਰੇ ਮੈਨੂੰ ਬੜੀ ਵਾਰ ਸਵਾਲ ਆਉਂਦਾ ਹੈ ਕਿ ਉਹ ਵੀਰੇ ਕਿਹੜੀਆਂ ਬੀਟਾਂ ਨੇ, ਕਿੱਥੋਂ ਲੈਂਦਾ ਮਿਊਜ਼ਿਕ, ਕੀ ਸਿਸਟਮ ਹੈ। ਉਹ ਤਾਂ ਯਾਰ ਬਹੁਤ ਸਿੰਪਲ ਜਿਹਾ ਆਨਸਰ ਹੈ, ਮੈਂ YouTube ਦੇ ਉੱਪਰ ਜਾ ਕੇ ਸਿੱਧਾ ਸਰਚ ਕੀਤਾ ਸੀਗਾ ਕਿ ਕਾਪੀਰਾਈਟ ਫ੍ਰੀ ਮਿਊਜ਼ਿਕ ਮਤਲਬ ਕਿ ਜਿਹੜੇ ਮਿਊਜ਼ਿਕ ਦੇ ਉੱਪਰ YouTube ਵਾਲੇ ਕਲੇਮ ਨਾ ਲਾਉਣ, ਹੈ ਨਾ, ਜਾਂ ਕੋਈ ਨਾ ਕੋਈ ਕ੍ਰੀਏਟਰ ਜਿਹੜਾ ਕਲੇਮ ਨਾ ਲਾਵੇ, ਉਹ ਵਾਲਾ ਮਿਊਜ਼ਿਕ ਜਿਹੜਾ ਸਿੱਧਾ ਸਰਚ ਕਰਕੇ, ਅਤੇ ਉਹ ਵਾਲਾ ਮਿਊਜ਼ਿਕ ਮੈਂ ਵਰਤਦਾ ਆਪਣੀਆਂ ਵੀਡੀਓਜ਼ ਦੇ ਪਿੱਛੇ। ਅਤੇ ਬਸ ਪੰਜਾਬੀ ਜਾਂ ਮੂਹਰੇ ਲਿਖ ਦਿਓ ਕਿ ਪੰਜਾਬੀ ਕਾਪੀਰਾਈਟ ਤੋਂ ਬਿਨਾਂ ਵਾਲਾ ਮਿਊਜ਼ਿਕ ਜਿਹੜਾ ਵਾ ਉਹ ਤੁਸੀਂ ਸਿੱਧਾ ਹੀ ਡਾਊਨਲੋਡ ਕਰ ਲੈਣਾ, ਮੈਂ ਸਿੱਧਾ YouTube ਤੋਂ ਕਰ ਲੈਣਾ ਡਾਊਨਲੋਡ, ਅਤੇ ਉਹ ਵਰਤੀ ਜਾਂਦਾ ਹੈ ਨਾ। ਸੋ ਤਾਂ ਕਿਉਂਕਿ ਗਾਣੇ, ਜੇ ਮੈਂ ਗਾਣੇ ਵਰਤਦਾ ਹਾਂ ਜਾਂ ਕਿਸੇ ਪੰਜਾਬੀ ਸਿੰਗਰ ਦੇ, ਜਾਂ ਉੱਦਾਂ ਵੀ ਕਿਸੇ ਦਾ ਜਿਹੜਾ ਆਪਣਾ ਜਿਹੜਾ ਕਾਪੀਰਾਈਟ ਫ੍ਰੀ ਸੌਂਗ ਨਹੀਂ ਆ, ਉਹ ਫਿਰ ਉਹ ਜਿਹੜੀ ਵੀਡੀਓ ਹੁੰਦੀ ਆ ਉੱਤੇ ਕਲੇਮ ਲੱਗ ਜਾਂਦਾ, ਫਿਰ ਉਹ ਵੀਡੀਓ ਜਿਹੜੀ ਮੋਨੀਟਾਈਜ਼ ਨਹੀਂ ਹੁੰਦੀ, ਹੈ ਨਾ। ਮੋਨੀਟਾਈਜ਼ ਮਤਲਬ ਕਿ ਉਹ ਵੀਡੀਓ 'ਤੇ ਐਡ ਨਹੀਂ ਲਾ ਸਕਦੇ, ਕੋਈ ਐਡ ਰੈਵਨਿਊ ਨਹੀਂ ਬਣਦਾ, ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ। ਲਓ ਜੀ ਅੱਗੇ ਆ ਜਾਓ ਜੀ। ਅੱਛਾ, ਵੀਰ ਦਾ ਸਵਾਲ ਆਇਆ ਵਾ, ਥੋੜ੍ਹਾ ਜਿਹਾ ਲੰਬਾ ਸਵਾਲ ਆ, ਇਹ ਹੈਗਾ ਵਾ ਜੀ, ਹਾਊ ਡੂ ਯੂ ਸਕੈਜੂਅਲ ਯੂਅਰ ਲੋਡ ਪਿਕਅਪ ਔਰ ਲੋਡ ਬੁਕਿੰਗ, ਐਂਡ what average trip cost you charge for load based on load weight and distance question mark। ਸੋ ਹਾਂਜੀ ਵੀਰੇ, ਤੇਰਾ ਗੱਲ ਤਾਂ ਤੂੰ ਆਪੇ ਹੀ ਜਵਾਬ ਦੇਤਾ ਕਿ ਉਹੀ ਬੇਸ ਉੱਤੇ ਹੁੰਦਾ ਵਾ ਕਿ ਲੋਡ ਦਾ ਭਾਰ ਤੇ ਕਿੰਨਾ ਟ੍ਰਿਪ ਦਾ ਜਿਹੜਾ ਡਿਸਟੈਂਸ ਹੈ ਉਹਦੇ ਤੇ ਡਿਪੈਂਡ ਕਰਦਾ, ਹੈ ਨਾ। ਜਿਹੜਾ ਲੋਡ ਦੇ ਟ੍ਰਿਪ ਦਾ ਜਿਹੜਾ ਪ੍ਰਾਈਸ ਹੁੰਦਾ, ਜਿਹਨੂੰ ਫਰੇਟ ਕਾਸਟ ਕਹਿ ਦਿੰਦੇ ਆ, ਉਹ ਡਿਪੈਂਡ ਕਰਦਾ ਕਿ ਕਿੰਨੀ ਦੂਰ ਲੋਡ ਜਾਣਾ ਵਾ,
ਤੇ ਲੋਡ ਦਾ ਭਾਰ ਕਿੰਨਾ ਵਾ ਤੇ ਕਿੰਨਾ ਸਾਈਜ਼ ਆ, ਇਹ ਚੀਜ਼ ਤੇ ਡਿਪੈਂਡ ਕਰਦਾ ਵਾ। ਜ਼ਿਆਦਾਤਰ ਜਿਹੜੇ ਮੈਂ ਲੋਡ ਲਾਉਣਾ ਵਾ, ਜਿਹੜੇ ਕਿ ਤੁਸੀਂ ਵਲੌਗਸ ਦੇ ਵਿੱਚ ਦੇਖਦੇ ਹੋ, ਉਹ ਹੈਗੇ ਆ ਫੁੱਲ ਲੋਡ ਹੀ ਹੁੰਦੇ ਆ, ਮਤਲਬ ਕਿ ਉਹ ਪੂਰਾ ਲੋਡਡ ਹੁੰਦਾ ਟ੍ਰੇਲਰ। ਸੋ ਉਹਦਾ ਵੇਟ ਦਾ ਤਾਂ ਡਾਇਮੈਂਸ਼ਨਸ ਦਾ ਤਾਂ ਕੋਈ ਹੈਗਾ ਨਹੀਂ ਰੌਲਾ, ਬਸ ਇਹੋ ਆ ਕਿ ਜਿੰਨਾ ਡਿਸਟੈਂਸ ਹੁੰਦਾ ਵਾ ਉਨਾ ਹੀ ਵੱਧ ਲੋਡ ਦਾ ਜਿਹੜਾ ਰੇਟ ਹੁੰਦਾ ਵਾ, ਫਰੇਟ ਦੀ ਜਿਹੜੀ ਕਾਸਟ ਹੁੰਦੀ ਆ। ਇਹ ਸਾਰੀ ਜਿਹੜੀ ਸਾਰੀ ਹੈਡੇਕ ਆ, ਇਹ ਇੱਕ ਡਰਾਈਵਰ ਦੀ ਨਹੀਂ ਹੁੰਦੀ, ਇਹ ਕੰਪਨੀ ਦੀ ਹੁੰਦੀ ਆ। ਸੋ ਇਹ ਜਿਹੜੀ ਗੱਲਬਾਤ ਹੈ ਮੇਰੀ ਕਰਨੀ ਨਹੀਂ ਬਣਦੀ, ਇਹ ਤੁਸੀਂ ਕੰਪਨੀ ਨੂੰ ਕੰਟੈਕਟ ਕਰਦੇ ਹੋ, ਜਿੱਦਾਂ ਜਿਹੜੀ ਵੀ ਕੋਈ ਫਰੇਟ ਕੰਪਨੀ, ਜਿੱਦਾਂ ਮੇਰੇ ਕੇਸ ਦੇ ਵਿੱਚ ATL ਜਿਹੜੀ ਸਾਡੀ ਟਰਾਂਸਪੋਰਟ ਕੰਪਨੀ ਆ, ਉਹਨਾਂ ਨਾਲ ਤੁਸੀਂ ਗੱਲ ਕਰੋਗੇ ਤਾਂ ਉਹ ਤੁਹਾਨੂੰ ਲੋਡ ਦਾ ਜਿਹੜਾ ਫਰੇਟ ਦਾ ਰੇਟ ਦੇਣਗੇ ਕਿ ਕਿੰਨਾ ਪ੍ਰਾਈਸ ਲਾਉਣਾ ਵਾ ਕਿਹੜੇ ਲੋਡ ਦਾ, ਹੈ ਨਾ। ਜੈਨਿਸ਼ ਕ੍ਰਿਸਚੀਅਨ ਇੱਦਾਂ ਕੋਈ ਨਾਮ ਆ ਵੀਰ ਦਾ, ਮੈਂ ਤਾਂ ਪੜ੍ਹਿਆ ਨਹੀਂ ਜਾ ਰਿਹਾ, ਜੈਨਿਸ਼ ਕ੍ਰਿਸਚੀਅਨ ਹੈ ਨਾ, ਇੱਦਾਂ ਹੋਣਾ ਆ। ਸੋ ਬਾਈ ਨੇ ਕਮੈਂਟ ਕੀਤਾ, ਬਾਈ ਹਿੰਦੀ ਮੇਂ ਵੀਡੀਓ ਬਣਾਓ ਯਾਰ। ਇਹੋ ਕਹਿ ਰਹੇ ਨੇ ਕਿ ਹਿੰਦੀ ਦੇ ਵਿੱਚ ਵੀਡੀਓ ਬਣਾਇਆ ਕਰ। ਯਾਰ ਮੈਂ ਮਾਫੀ ਚਾਹੁੰਦਾ ਵਾਂ, ਹਿੰਦੀ ਮੇਰੀ ਜਿਹੜੀ ਆ ਨਾ ਬਹੁਤ ਵਧੀਆ ਨਹੀਂ ਹੈਗੀ। ਹਿੰਦੀ ਮੈਂ ਬਹੁਤ ਘੱਟ ਬੋਲੀ ਆ, ਅਤੇ ਮੇਰੇ ਤੋਂ ਸਭ ਤੋਂ ਵਧੀਆ ਪੰਜਾਬੀ ਬੋਲੀ ਜਾਂਦੀ ਆ, ਉਸ ਤੋਂ ਬਾਅਦ ਮੈਂ ਇੰਗਲਿਸ਼ ਬੋਲ ਲੈਂਦਾ ਆ। ਪਰ ਜਿਹੜੀ ਹਿੰਦੀ ਆ ਉਹ ਮੇਰੀ ਕਾਫੀ ਕਮਜ਼ੋਰ ਹੈ। ਜੇ ਮੈਂ ਹਿੰਦੀ ਬੋਲਣ ਦੀ ਕੋਸ਼ਿਸ਼ ਕਰੂੰਗਾ ਤਾਂ ਉਹ ਕੀ ਕਹਿੰਦੇ ਹੁੰਦੇ ਆ, ਮਖੌਲ ਹੀ ਲੱਗੂਗਾ ਤੁਹਾਨੂੰ ਸਾਰਿਆਂ ਨੂੰ ਸੁਣਨ ਦੇ ਲਈ। ਉੱਦਾਂ ਮੈਂ ਇਹ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਅੱਗੇ ਜਾਂਦੇ ਜਿਹੜੀਆਂ ਵੀਡੀਓਜ਼ ਨੇ ਥੋੜ੍ਹੀਆਂ ਬਹੁਤੀਆਂ ਇੰਗਲਿਸ਼ ਦੇ ਵਿੱਚ ਬਣਾਇਆ ਕਰਾਂ, ਤਾਂ ਕਿ ਜਿਹੜੀ ਵੱਧ ਜਾਣੇ ਜਿਹੜੇ ਦੇਖਦੇ ਨੇ ਵਲੌਗਸ ਜਾਂ ਸੁਣਦੇ ਨੇ ਮੈਨੂੰ, ਉਹਨਾਂ ਨੂੰ ਥੋੜ੍ਹੀ ਮੇਰੇ ਬਾਰੇ ਮਤਲਬ ਕਿ ਉਹ ਥੋੜ੍ਹੇ ਵੱਧ ਜਾਣੇ ਜਿਹੜੇ ਸਮਝ ਸਕਣ, ਹੈ ਨਾ। ਕਿਉਂਕਿ ਪੰਜਾਬੀ ਦੀ ਜਿਹੜੀ ਸਾਡੀ ਆਡੀਅנס ਆ ਬਹੁਤ ਲਿਮਿਟਡ ਬੰਦੇ ਨੇ, ਬਹੁਤ ਘੱਟ ਬੰਦੇ ਨੇ ਜਿਨ੍ਹਾਂ ਨੂੰ ਪੰਜਾਬੀ ਇੰਨੀ ਸਾਫ਼ ਜਿਹੜੀ ਸਮਝ ਆ ਜਾਂਦੀ ਆ। ਬਹੁਤ ਜਿਹੜੇ ਹਿੰਦੀ ਵਾਲੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਨੇ ਯਾਰ, ਹਿੰਦੀ ਵਾਲੇ ਤਾਂ ਬਹੁਤ ਜ਼ਿਆਦਾ ਆਉਂਦੇ, ਇੰਗਲਿਸ਼ ਵਾਲੇ ਵੀ ਆਉਂਦੇ ਨੇ, ਹਿੰਦੀ ਵਾਲੇ ਸਭ ਤੋਂ ਵੱਧ ਆਉਂਦੇ ਨੇ। ਅਤੇ ਚਲੋ ਕੋਸ਼ਿਸ਼ ਕਰੂੰਗਾ, ਇੰਗਲਿਸ਼ ਦੇ ਵਿੱਚ ਸ਼ੁਰੂ ਕਰੂੰਗਾ, ਪਰ ਹਿੰਦੀ ਮੇਰੇ ਤੋਂ ਬੋਲੀ ਨਹੀਂ ਜਾਂਦੀ। ਇੱਕ ਵਲੌਗ ਦੇ ਵਿੱਚ ਮੈਂ ਮਜ਼ਾਕ ਜਿਹਾ ਵੀ ਬਣਾਇਆ ਇਹ ਗੱਲ ਦਾ ਕਿ ਹਿੰਦੀ ਹਮ ਐਸੇ ਕੈਸੇ ਬੋਲਤੇ ਹੈਗੇ हैं ਤੇ ਹਮਾਰੇ ਲਓ ਜੀ ਅਗਲਾ ਕਮੈਂਟ ਉਹ ਇੱਕ ਹੋਰ ਉਹੀ ਗੱਲ, ਭਾਜੀ ਤੁਸੀਂ ਹਿੰਦੁਸਤਾਨੀ ਹੈ, तुम्हें हिंदी में वीडियो बनाने की कोई प्रॉब्लम है, यहाँ तुम्हें हिंदी नहीं आती। ਇਹੋ ਵੀਰ ਦਾ ਇਹੋ ਇਮਰਾਨ ਖਾਨ ਵੀਰ ਜਿਹੜਾ ਵੀ ਕਮੈਂਟ ਉਹੀ ਹਿੰਦੀ ਵਾਲਾ ਹੀ ਆਇਆ। ਹਿੰਦੀ ਵਾਲੇ ਕਾਫੀ ਨੇ ਇੱਥੇ ਪਏ। ਚਲੋ ਛੱਡੋ, ਆਪਾਂ ਅਗਲੇ ਤੇ ਮੂਵ ਆਨ ਕਰਦੇ ਹਾਂ। ਸੋ ਮਯਾਲ ਨਾਂ ਦਾ ਕੋਈ ਵੀਰ ਆ, ਤੇ ਵੀਰ ਨੇ ਬੜਾ ਸਿੰਪਲ ਜਿਹਾ ਸਵਾਲ ਪੁੱਛਿਆ, ਮੇਰੀ ਕਮਿਊਨਿਟੀ ਪੋਸਟ ਦੇ ਉੱਪਰ ਪੁੱਛਿਆ ਸੀਗਾ ਕਿ ਹਾਊ ਮੱਚ ਡਜ਼ ਕੈਨੇਡਾ ਵੀਜ਼ਾ ਕਮ ਫੋਰ। ਵੀਰੇ ਇਹਦਾ ਬੜਾ ਬਰੋਡ ਕੁਐਸਚਨ ਹੈ ਵੀਰੇ ਤੇਰਾ ਕਿ ਕੈਨੇਡਾ ਦਾ ਵੀਜ਼ਾ ਕਿੰਨੇ ਦਾ ਆਉਂਦਾ ਆ। ਮੈਨੂੰ ਲੱਗਦਾ ਵਿਜ਼ਿਟਰ ਵੀਜ਼ਾ ਤਾਂ 2-3 ਲੱਖ ਦਾ ਵੀ ਲੱਗ ਹੀ ਜਾਂਦਾ ਹੋਣਾ, ਜਿੱਦਾਂ ਟੂਰਿਸਟ ਵੀਜ਼ਾ ਵਗੈਰਾ। ਮੈਨੂੰ ਪੱਕਾ ਨਹੀਂ ਪਤਾ, ਉਹਨਾਂ ਦੀਆਂ ਫੀਸਾਂ ਹੋਣਗੀਆਂ ਜਿਹੜੇ ਜਿੱਦਾਂ ਕੈਨੇਡਾ ਦੀ ਇਮੀਗ੍ਰੇਸ਼ਨ ਸਰਵਿਸਿਜ਼ ਵਾਲੇ, ਉਹਨਾਂ ਦੀਆਂ ਫੀਸਾਂ ਹੋਣਗੀਆਂ ਜਿੰਨੀ ਉਹਨਾਂ ਦੀ ਫੀਸ ਹੁੰਦੀ ਆ। ਉਹਦੇ ਇਲਾਵਾ ਤੁਸੀਂ ਉਹਨਾਂ ਦੀਆਂ ਰਿਕੁਆਇਰਮੈਂਟਸ ਮੀਟ ਕਰਨੀਆਂ ਹੁੰਦੀਆਂ ਵਾ, ਉਹ ਫਿਰ ਤੁਹਾਡੀ ਸਿਰਦਰਦੀ ਹੁੰਦੀ ਹੈ ਕਿ ਤੁਸੀਂ ਕਿਵੇਂ ਮੀਟ ਕਰਨੀ ਆ। ਅਤੇ ਮੇਨ ਗੱਲ ਇਹੋ ਵਾ ਕਿ ਵੀਜ਼ਾ ਜਿਹੜਾ ਤੁਸੀਂ ਲਵਾਉਣਾ ਆ ਉਹ ਕਿੱਦਾਂ ਦਾ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਜੇ ਤੁਸੀਂ ਵਿਜ਼ਟਰ ਵੀਜ਼ਾ ਲਵਾਉਣਾ ਜਾਂ ਟੂਰਿਸਟ ਵੀਜ਼ਾ ਲਵਾਉਣਾ ਵਾ, ਉਹ ਤਾਂ ਚਲੋ ਸਸਤਾ ਹੀ ਹੁੰਦਾ ਆ, ਪਰ ਉਸ ਤੋਂ ਬਾਅਦ ਜਿੱਦਾਂ ਗਾਂ ਦੀ ਗਾਂ ਸਟੂਡੈਂਟ ਵੀਜ਼ਾ ਆ ਜਾਂਦਾ ਜਾਂ ਵਰਕ ਪਰਮਿਟ ਲੈਣਾ ਵਾ, ਉਹਨਾਂ ਦੀਆਂ ਫਿਰ ਆਪਣੀਆਂ ਨਾਲ ਕਾਸਟ ਜਿਹੜੀਆਂ ਆ ਜਾਂਦੀਆਂ ਨੇ। ਉਹ ਹਰੇਕ ਚੀਜ਼ 'ਤੇ ਡਿਪੈਂਡ ਕਰਦਾ ਵਾ। ਪਰ ਹਾਂ ਜਿਹੜੀ ਮਾਰਕੀਟ ਕਾਸਟ ਹੈ ਜਾਂ ਮਾਰਕੀਟ ਜਿਹੜਾ ਪ੍ਰਾਈਸ ਚੱਲਦਾ ਉਹਦਾ ਵੀਰੇ ਮੈਨੂੰ ਨਹੀਂ ਪਤਾ, ਕਿਉਂਕਿ ਹਰੇਕ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਆ। ਹਰੇਕ ਬੰਦੇ ਨੂੰ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਉਹਨੂੰ ਵੀਜ਼ਾ ਮਿਲਦਾ ਹੈ ਨਾ। ਕਈ ਬੰਦੇ ਜਿਵੇਂ ਕਿ ਹੁਣ ਕਈ ਜਣੇ ਜਿਹੜੇ ਇੱਦਾਂ ਨੇ ਕਿ ਕਈ ਕੰਮ ਹੀ ਉਸ ਕੰਪਨੀ ਦੇ ਨਾਲ ਕਰਦੇ ਆ, ਜਿਹੜੀ ਕਿ ਇੰਟਰਨੈਸ਼ਨਲ ਕੰਪਨੀ, ਉਹਨਾਂ ਦਾ ਵੀਜ਼ਾ ਲੱਗਾ ਹੁੰਦਾ ਕਦੀ ਕਿਸੇ ਕੰਟਰੀ ਦਾ ਕਦੀ ਕਿਸੇ, ਕਿਉਂਕਿ ਉਹ ਟਰੈਵਲ ਕਰਦੇ ਰਹਿੰਦੇ ਹੈ ਨਾ, ਇੱਧਰ ਉੱਧਰ ਜਾਂਦੇ ਰਹਿੰਦੇ। ਸੋ ਉਹਨਾਂ ਦੀ ਤਾਂ ਫ੍ਰੀ ਆਫ ਕਾਸਟ ਹੀ ਹੈ ਕੈਨੇਡਾ ਦਾ ਵੀਜ਼ਾ, ਅਮਰੀਕਾ ਦਾ ਵੀਜ਼ਾ, ਆਸਟ੍ਰੇਲੀਆ ਦਾ ਵੀਜ਼ਾ। ਅਤੇ ਕਈ ਵੀ ਜਿਹੜੇ ਬਸ ਕੈਨੇਡਾ ਆਉਣਾ ਚਾਹੁੰਦੇ ਆ ਪਰ ਕੋਈ ਕੰਮ ਕੁਮ ਹੈਗਾ ਨਹੀਂ, ਜਾਂ ਮਤਲਬ ਕਿ ਉੱਦਾਂ ਦੀ ਕੰਪਨੀ ਨਾਲ ਸੰਬੰਧ ਨਹੀਂ ਹੈਗੇ, ਫਿਰ ਉਹਨਾਂ ਲਈ ਤਾਂ ਆਪਣੀ ਸਿਰਦਰਦੀ ਲੈ ਕੇ, ਮਤਲਬ ਕਿ ਮੈਂ ਗੱਲ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਜ਼ਿਆਦਾ ਵੱਡੀ ਹੋ ਗਈ ਗੱਲ, ਕਿ ਇਹ ਡਿਪੈਂਡ ਕਰਦਾ ਬੰਦੇ ਡਿਪੈਂਡ ਕਰਦਾ, ਹਰੇਕ ਦੇ ਹਾਲਾਤ ਡਿਫਰੈਂਟ ਨੇ। ਸੋ ਇੱਦਾਂ ਨਹੀਂ ਹੈ ਕਿ ਇੱਕ ਪ੍ਰਾਈਸ ਫਿਕਸਡ ਪ੍ਰਾਈਸ ਮੈਂ ਤੁਹਾਨੂੰ ਦੱਸਦਾ ਕਿ ਕੈਨੇਡਾ ਦਾ ਵੀਜ਼ਾ ਇੰਨਾ ਦਾ ਹੁੰਦਾ ਅਤੇ ਇੱਥੇ ਇੰਨੇ ਜਿਹੀ ਜਲਦੀ ਜਿਹੜੀ ਜ਼ਿੰਦਗੀ ਸੈੱਟ ਹੋ ਜਾਂਦੀ ਆ। ਸਾਰਿਆਂ ਦਾ ਵੀਰੇ ਡਿਫਰੈਂਟ ਸਿਸਟਮ ਹੁੰਦਾ ਆ। ਸੋ ਇਹ ਸਵਾਲ ਜਿਹੜਾ ਥੋੜ੍ਹਾ ਜ਼ਿਆਦਾ ਬਰੋਡ ਸੀ। ਲੈ ਇੱਕ ਕਮੈਂਟ ਆ ਯਾਰ ਥੋੜ੍ਹਾ ਜਿਹਾ ਹਾਸੜ ਲੱਗਾ, ਬਲਵਿੰਦਰ ਸਿੰਘ ਵੀਰ ਨੇ ਕਮੈਂਟ ਕੀਤਾ ਆ, ਬਾਈ ਸਾਡੀ ਕਿਸਮਤ 'ਚ ਤਾਂ ਅਸ਼ੋਕ ਲੇਲੈਂਡ 3118 ਹੀ ਆ, ਤੁਸੀਂ ਤਾਂ ਪੀਟਰਬੈਲਟ 'ਤੇ ਮਜ਼ੇ ਲੈਂਦੇ। ਯਾਰ ਇਹਦਾ ਮੈਂ ਜਵਾਬ ਦੇਣਾ ਚਾਹੁੰਦਾ ਕਮੈਂਟ ਦਾ ਵੀਰੇ, ਪਤਾ ਕੀ ਗੱਲ ਆ, ਦੇਖੋ ਪੀਟਰਬੈਲਟ 'ਤੇ ਜਿੱਦਾਂ ਕਿ ਤੁਹਾਡਾ ਲਈ ਟਰੈਕਟਰ ਬਾਈ ਨੇ ਕੋਈ ਟਰੈਕਟਰ ਕੰਪਨੀ ਦਾ ਨਾਮ ਹੈ ਨਾ ਅਸ਼ੋਕ ਲੇਲੈਂਡ ਜਾਂ 3118 ਕੋਈ ਟਰੈਕਟਰ ਕੰਪਨੀ ਹੈ। ਸੋ ਵੀਰੇ ਜਿਹੜਾ ਤੁਹਾਡਾ ਟਰੈਕਟਰ 'ਤੇ ਕੰਮ ਆ
ਉਹ ਤੁਸੀਂ ਆਪਣਾ ਕੰਮ ਕਰ ਰਹੇ ਹੋ ਹੈ ਨਾ। ਅਸੀਂ ਇੱਥੇ ਚਲੋ ਕੰਪਨੀਆਂ ਡਿਫਰੈਂਟ ਨੇ, ਜਿਹੜੀ ਪੀਟਰਬੈਲਟ ਕੰਪਨੀ ਥੋੜ੍ਹਾ ਵੱਡਾ ਟਰੱਕ ਹੁੰਦਾ ਹੈ, ਇਹ ਵਾਲੀ ਕੰਪਨੀ ਇੰਡੀਆ 'ਚ ਨਹੀਂ ਹੈਗੀ, ਪਰ ਕੰਮ ਹੈ ਯਾਰ ਇਹ ਜਿੱਦਾਂ ਤੁਹਾਡਾ ਇੱਥੇ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਉਸੇ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ। ਇੱਥੇ ਕੰਮ ਥੋੜ੍ਹਾ ਡਿਫਰੈਂਟਲੀ ਸੈਟਅਪ ਆ, ਇੰਡੀਆ ਦੇ ਵਿੱਚ ਥੋੜ੍ਹਾ ਕੰਮ ਜਿਹੜਾ ਡਿਫਰੈਂਟਲੀ ਸੈਟਅਪ ਆ। ਮਤਲਬ ਕਿ ਇੱਦਾਂ ਨਹੀਂ ਹੈਗਾ ਕਿ ਮੈਂ ਨਜ਼ਾਰੇ ਲੈ ਰਿਹਾ ਤੁਸੀਂ ਤਾਂ ਇੱਦਾਂ ਹੀ ਕਰ ਰਹੇ ਹੋ, ਮਤਲਬ ਕਿ ਤੁਸੀਂ ਵੀ ਕੰਮ ਕਰ ਰਹੇ ਹੋ, ਮੈਂ ਵੀ ਕੰਮ ਕਰ ਰਿਹਾ, ਅਸੀਂ ਸਾਰੇ ਕੰਮ ਕਰਕੇ ਮਤਲਬ ਕਿ ਰੋਟੀ ਪਾਣੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ। ਸੋ ਇੱਦਾਂ ਨਹੀਂ ਹੈ ਵੀਰੇ ਕਿ ਅਸੀਂ ਨਜ਼ਾਰੇ ਲੈ ਰਹੇ ਹਾਂ ਪੀਟਰਬੈਲਟ 'ਤੇ। ਇਹ ਕੰਮ ਆ ਵੀਰੇ, ਸਭ ਕੰਮ ਨੇ, ਇਹ ਕੰਮ ਕਾਰ ਹੀ ਆ। ਆਪਣਾ ਪਿੰਡ ਗੁਰਪ੍ਰੀਤ ਸਿੰਘ ਪ੍ਰੀਤ ਨੇ ਪੁੱਛਿਆ ਵਾ ਕਿ ਬਾਈ ਆਪਣਾ ਪਿੰਡ ਤੇ ਜ਼ਿਲ੍ਹਾ ਕਿਹੜਾ ਆ। ਮੇਰਾ ਪਿੰਡ ਪਿੱਛੋਂ ਹੈਗਾ ਵੀਰੇ ਬਲੱਗਣ ਤੇ ਜ਼ਿਲ੍ਹਾ ਹੈਗਾ ਗੁਰਦਾਸਪੁਰ। ਸੋ ਬਲੱਗਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਆ, ਉਹ ਤੁਸੀਂ ਗੂਗਲ 'ਤੇ ਸਰਚ ਕਰਕੇ ਦੇਖ ਲਓ। ਜੇ ਤੁਸੀਂ ਕਾਹਨੂੰਵਾਨ ਜਾਂ ਬਟਾਲਾ ਇਹ ਚੀਜ਼ਾਂ ਜਿਹੜੀਆਂ ਨੇੜੇ ਪੈਂਦੀਆਂ ਨੇ ਉੱਥੇ ਤੁਸੀਂ ਸਰਚ ਕਰਕੇ ਦੇ ਸਕਦੇ ਹੋ, ਬਲੱਗਣ ਗੁਰਦਾਸਪੁਰ। ਸੋ ਆ ਵੀਰ ਦਾ ਨਾਮ ਆ ਹਰਵਿੰਦਰ ਸਿੰਘ। ਬਾਈ ਨੇ ਲਿਖਿਆ ਵਾ ਕਿ ਯੂਰ ਐਵਰੀ ਵੀਡੀਓ ਇਜ਼ ਚੈਪਟਰ ਫॉर ਮੀ ਟੂ ਲਰਨਿੰਗ, ਲਵ ਯੂ ਉਸਤਾਦ ਜੀ। ਸੋ ਵੀਰ ਨੇ ਕਾਫੀ ਕਮੈਂਟ ਕੀਤੇ ਆ, ਲਗਭਗ ਮੇਰੇ ਹਿਸਾਬ ਨਾਲ ਸਾਰੀਆਂ ਵੀਡੀਓ ਦੇਖੀਆਂ ਨੇ ਹਰਵਿੰਦਰ ਸਿੰਘ ਨੇ। ਉਹਨਾਂ ਨੇ ਲਿਖਿਆ ਵਾ ਕਿ ਹਰੇਕ ਜਿਹੜੀ ਵੀਡੀਓ ਜਿਹੜੀ ਆ ਮੇਰੇ ਲਈ ਕੁਛ ਨਾ ਕੁਛ ਸਿੱਖਣ ਨੂੰ ਆ, ਤੇ ਲਵ ਯੂ ਉਸਤਾਦ ਜੀ ਲਿਖਿਆ ਵਾ ਨਾਲ। ਧੰਨਵਾਦ ਆ ਵੀਰੇ ਤੇਰਾ ਬਹੁਤ ਜ਼ਿਆਦਾ ਕਿ ਸਾਰੀਆਂ ਵੀਡੀਓਜ਼ ਦੇਖ ਰਹੇ ਹੋ, ਇੰਨਾ ਪਿਆਰ ਦੇ ਰਹੇ ਹੋ। ਤੇ ਚਲੋ ਮੈਨੂੰ ਵੀ ਖੁਸ਼ੀ ਹੁੰਦੀ ਜਦੋਂ ਇੱਦਾਂ ਪੜ੍ਹਦਾ ਕਿ ਕੋਈ ਨਾ ਕੋਈ ਕਿਸੇ ਨੂੰ ਕੋਈ ਨਾ ਕੋਈ ਬੈਨੀਫਿਟ ਮਿਲ ਰਿਹਾ ਹੈ ਨਾ। ਜਿਹੜੀਆਂ ਮੈਂ ਵੀਡੀਓ ਬਣਾ ਰਿਹਾ ਉਹਦੇ ਵਿੱਚੋਂ ਕਿਸੇ ਨਾ ਕਿਸੇ ਕੋਈ ਹੈਲਪ ਹੋ ਰਹੀ ਹੈ। ਸੋ ਮੈਨੂੰ ਆਪ ਨੂੰ ਖੁਸ਼ੀ ਹੈ ਵੀਰੇ ਇੱਦਾਂ ਦੀਆਂ ਚੀਜ਼ਾਂ ਬਣਾ ਕੇ। ਲਓ ਜੀ ਅਗਲਾ ਸਵਾਲ ਹੈਗਾ ਵਾ ਹਾਊ ਮਚ ਸਪੀਡ ਆਫ ਟਰੱਕ। ਇਹ ਪੁੱਛਿਆ ਵਾ ਸਮਰੀਤ ਸਰਾਂ ਨੇ, ਸਮਰੀਤ ਹਾਂਜੀ। ਸੋ ਸਮਰੀਤ ਸਰਾਂ ਨੇ ਪੁੱਛਿਆ ਵਾ ਹਾਊ ਮਚ ਸਪੀਡ ਆਫ ਟਰੱਕ। ਵੀਰੇ ਪਤਾ ਨਹੀਂ ਵੀਰ ਹੈ ਕਿ ਭੈਣ ਹੈ, ਚਲੋ ਹਾਊ ਮਚ ਸਪੀਡ ਆਫ ਟਰੱਕ ਇੱਦਾਂ ਵਾ ਕਿ ਟਰੱਕ ਦੀ ਸਪੀਡ ਜਿਹੜੀ ਹੁੰਦੀ ਆ ਹਾਈਵੇ ਦੇ ਉੱਪਰ ਉਹੋ ਹੀ ਹੁੰਦੀ ਆ 105 ਜਾਂ 110, ਜਾਂ ਕਈ ਜਿਹੜੇ ਟਰੱਕ ਨੇ ਉਹ ਬੰਨੇ ਹੁੰਦੇ ਨੇ 100 ਦੀ ਸਪੀਡ ਦੇ ਉੱਪਰ। ਸੋ ਇਹ ਜਗ੍ਹਾ ਤੇ ਡਿਪੈਂਡ ਕਰਦਾ ਹੈ ਕਿਹੜੀ ਜਗ੍ਹਾ ਤੁਸੀਂ ਚਲਾ ਰਹੇ ਹੋ, ਕਿੰਨੀ ਉੱਥੇ ਲਿਮਿਟ ਆ ਹੈ ਨਾ। ਸੋ ਜਿਹੜਾ ਆਪਾਂ ਵੱਧ ਤੋਂ ਵੱਧ ਚਲਾਈਦਾ ਟਰੱਕ ਨੂੰ 110 ਤੇ ਹੀ ਚਲਾਈਦਾ ਆ, 110 ਤੋਂ ਵੱਧ ਨਹੀਂ ਚਲਾਈਦਾ। ਮੈਂ ਤਾਂ ਨਹੀਂ ਚਲਾਉਂਦਾ, ਹਰੇਕ ਦਾ ਸਿਸਟਮ ਥੋੜ੍ਹਾ ਜਿਹਾ ਡਿਫਰੈਂਟ ਹੋਊਗਾ, ਹਰ ਕੋਈ ਵੱਖਰੇ ਤਰੀਕੇ। ਜਿਵੇਂ ਕਿ ਹੁਣ ontario ਜਿਹੜੀ ਪ੍ਰੋਵਿੰਸ ਹੈ ਜਿੱਥੇ ਟੋਰਾਂਟੋ ਆ, ਉੱਥੇ ਟਰੱਕ ਦੀ ਕੀ ਕਹਿੰਦੇ ਇੱਕ ਮੈਂਡੇਟੋਰੀ ਲਿਮਿਟ ਬਣਾਈ ਆ ਉਹਨਾਂ ਨੇ 105 ਤੇ, ਜਿਹੜੀ ਉਹਦੀ ਇੰਜਣ ਦੀ ਲਿਮਿਟ ਹੁੰਦੀ ਆ ਕਿ ਵੱਧ ਤੋਂ ਵੱਧ 105 ਤੇ ਤੁਸੀਂ ਭਜਾ ਸਕਦੇ ਹੋ, ਉਸ ਤੋਂ ਵੱਧ ਨਹੀਂ ਭਜਾ ਸਕਦੇ ਟਰੱਕਾਂ ਨੂੰ। ਤੇ ਇਹ ਹਰੇਕ ਏਰੀਆ ਦਾ ਡਿਫਰੈਂਟ ਲਿਮਿਟ ਹੁੰਦੀ ਆ। ਸਾਡੀ ਇੱਥੇ ਅਲਬਰਟਾ ਦੇ ਵਿੱਚ ਕੋਈ ਮੈਂਡੇਟਰੀ ਲਿਮਿਟ ਤਾਂ ਨਹੀਂ ਹੈਗੀ, ਪਰ ਜਿਹੜੀ ਰੋਡ ਹੁੰਦੀ ਆ ਉਹਦੇ ਉੱਤੇ ਮੈਕਸਿਮਮ ਸਪੀਡ ਦੇ ਸਾਈਨ ਲੱਗੇ ਹੁੰਦੇ ਆ, ਉਹ ਵਾਲੇ ਰੂਲ ਫੋਲੋ ਕਰਕੇ ਡਰਾਈਵ ਕਰੀਦਾ ਕਿ ਵੱਧ ਤੋਂ ਵੱਧ ਇੰਨਾ ਟਰੱਕ ਨੂੰ ਭਜਾ ਸਕਦੇ ਆ, ਉਸ ਤੋਂ ਵੱਧ ਨਹੀਂ ਭਜਾਈਦਾ। ਨਹੀਂ ਤਾਂ ਟਿਕਟ ਮਿਲਦੀ ਆ ਤੇ ਟਿਕਟਾਂ ਜਿਹੜੀਆਂ ਨੇ ਉਹਦੇ ਨਾਲ ਰੈਕਡ ਖਰਾਬ ਹੁੰਦਾ ਤੇ ਨਾਲੇ ਤੁਹਾਡੇ ਪੈਸੇ ਦੇਣੇ ਪੈਂਦੇ ਆ ਬਹੁਤ ਜ਼ਿਆਦਾ। ਸੋ ਜਿਹੜਾ ਸਿੱਧਾ ਜਵਾਬ ਹੈ ਉਹ ਹੈਗਾ ਵਾ 110, 105 ਜਾਂ 100। ਸੋ ਇੱਕ ਵੀਰ ਅਜੇ ਜਗਲਾਨ ਦਾ ਕੁਐਸਚਨ ਆਇਆ ਵਾ ਕਿ ਇੰਡੀਆ ਇੰਟਰਨੈਸ਼ਨਲ ਟਰੱਕ ਲਾਇਸੈਂਸ ਤੇ ਟਰੱਕ ਚਲਾ ਸਕਦਾ ਆ, ਮਤਲਬ ਕਿ ਹੋਰ ਤਰੀਕੇ ਨਾਲ ਲਿਖਿਆ ਵਾ, ਪਰ ਇਹੋ ਮੇਨ ਇਹੋ ਹੀ ਹੈ ਕਿ ਵੀਰ ਦਾ ਸਵਾਲ ਆਇਆ ਕਿ ਇੰਡੀਅਨ ਇੰਟਰਨੈਸ਼ਨਲ ਲਾਇਸੈਂਸ ਸੇ ਟਰੱਕ ਚਲਾ ਸਕਤਾ ਹੈ ਵੀਰ। ਮਤਲਬ ਕਿ ਮੇਰੇ ਨਾਲ ਵੀਰ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਇੰਡੀਆ ਦਾ ਕੋਈ ਇੰਟਰਨੈਸ਼ਨਲ ਟਰੱਕ ਲਾਇਸੈਂਸ ਆ ਕਿ ਉਹਦੇ ਨਾਲ ਟਰੱਕ ਚਲਾ ਸਕਦੇ ਆ ਇੱਥੇ। ਮੈਨੂੰ ਨਹੀਂ ਲੱਗਦਾ ਵੀਰੇ ਕਿ ਤੁਸੀਂ ਇੱਥੇ ਇੰਡੀਅਨ ਲਾਇਸੈਂਸ ਦੇ ਨਾਲ ਡਰਾਈਵ ਕਰ ਸਕਦੇ ਹੋ ਟਰੱਕ ਨੂੰ। ਕਾਰ ਤੁਸੀਂ ਡਰਾਈਵ ਕਰ ਸਕਦੇ ਹੋ ਜਦੋਂ ਤੁਸੀਂ ਇੱਕ ਵਿਜ਼ਿਟਰ ਵੀਜ਼ੇ ਤੇ ਵਗੈਰਾ ਦੇ ਹੁੰਦੇ ਹੋ ਥੋੜ੍ਹੇ ਟਾਈਮ ਦੇ ਲਈ, ਉਹ ਵੀ ਲਿਮਿਟ ਹੁੰਦੀ ਹੈ ਕਿੰਨੇ ਟਾਈਮ ਨਹੀਂ ਚਲਾ ਸਕਦੇ, ਜਿੱਦਾਂ 6 ਮਹੀਨੇ ਤੱਕ। ਪਰ ਜਿਹੜਾ ਟਰੱਕ ਆ ਉਹਨੂੰ ਚਲਾਉਣ ਦੇ ਲਈ ਤੁਹਾਨੂੰ ਇੱਥੋਂ ਦਾ ਲਾਇਸੈਂਸ ਲੈਣਾ ਹੀ ਪੈਂਦਾ ਆ, ਇੱਥੋਂ ਦਾ ਟੈਸਟ ਵਗੈਰਾ ਦੇਣਾ ਪੈਂਦਾ, ਇੱਥੋਂ ਦੇ ਅਪਰੂਵਲ ਲੈਣਾ ਪੈਂਦਾ ਜਾਂ ਕਨਵਰਟ ਕਰਨਾ ਪੈਂਦਾ। ਮਤਲਬ ਕਿ ਇੱਥੇ ਲਾਇਸੈਂਸ ਲਓਗੇ ਫਿਰ ਤੁਸੀਂ ਇੱਥੇ ਡਰਾਈਵ ਕਰ ਸਕੋਗੇ। ਇੱਕ ਕਿਹੜਾ ਵਾ ਟਰੱਕ ਡਰਾਈਵ ਕਰਨਾ ਉਹਦੀ ਗੱਲ ਕਰ ਰਿਹਾ। ਜੇਕਰ ਤੁਸੀਂ ਅਮਰੀਕਾ 'ਚ ਲੈਂਦੇ ਹੋ ਫਿਰ ਤੁਸੀਂ ਚਲਾ ਸਕਦੇ ਹੋ ਕੈਨੇਡਾ ਦੇ ਵਿੱਚ, ਜਾਂ ਕੈਨੇਡਾ ਦੇ ਵਿੱਚ ਲੈਂਦੇ ਹੋ ਫਿਰ ਤੁਸੀਂ ਅਮਰੀਕਾ ਦੇ ਵਿੱਚ ਚਲਾ ਸਕਦੇ ਹੋ ਟਰੱਕ। ਪਰ ਜਿਹੜਾ ਇੰਡੀਆ ਦੇ ਵਿੱਚ ਆ ਉਹ ਵਾਲਾ ਲਾਇਸੈਂਸ ਜਿਹੜਾ ਉਹ ਤੁਸੀਂ ਇੱਥੇ ਨਹੀਂ ਵਰਤ ਸਕਦੇ, ਭਾਵੇਂ ਤੁਹਾਡਾ ਇੰਟਰਨੈਸ਼ਨਲ ਲਾਇਸੈਂਸ ਵੀ ਆ। ਜਗਜੀਤ ਗਿੱਲ ਦਾ ਮੈਸੇਜ ਆਇਆ ਵਾ ਪ੍ਰਭ ਵੀਰ ਇੰਸਟਾ ਤੇ ਬਹੁਤ ਮੈਸੇਜ ਕੀਤੇ ਕੋਈ ਰਿਪਲਾਈ ਨਹੀਂ, ਕੋਈ ਰਿਪਲਾਈ ਕਰ ਦਿਓ। ਅੱਛਾ, ਸੋ ਇੰਸਟਾਗ੍ਰਾਮ ਤੇ ਇੱਦਾਂ ਵੀਰੇ ਦੇਖੋ ਬਹੁਤ ਜ਼ਿਆਦਾ ਮੈਸੇਜ ਆ ਰਹੇ ਆ। ਦੇਖੋ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਲਗਭਗ 7000 ਫਾਲੋਅਰ ਹੋ ਚੁੱਕੇ ਨੇ ਇੰਸਟਾਗ੍ਰਾਮ ਤੇ। ਜੇ ਤੁਸੀਂ ਇੰਸਟਾਗ੍ਰਾਮ ਸੱਚ ਨਹੀਂ ਫੋਲੋ ਕੀਤਾ ਤੁਸੀਂ ਮੈਨੂੰ ਉੱਥੇ ਵੀ ਜਾ ਕੇ ਕਰ ਸਕਦੇ ਹੋ ਤੇ ਮੈਸੇਜ ਕਰੋ। ਹੋ ਸਕਦਾ ਕਿ ਮੈਂ ਕਦੀ ਨਾ ਕਦੀ ਤੁਹਾਡਾ ਮੈਸੇਜ ਨਾ ਦੇਖਾਂ, ਕਿਉਂਕਿ ਕਦੀ ਕੀ ਹੁੰਦਾ ਕਿ ਜਿਹੜੇ ਕਈ ਮੈਸੇਜ ਮੈਨੂੰ ਆਉਂਦੇ ਆ ਉਹ ਮੇਰੇ ਤੋਂ ਨਹੀਂ ਦੇਖੇ ਜਾਂਦੇ। ਜਿੱਦਾਂ ਹੁਣ ਮੈਂ ਰਾਤ ਨੂੰ ਸੌ ਜਾਣਾ, ਇੰਡੀਆ ਦੇ ਵਿੱਚ ਹੁੰਦੀ ਹੈ ਸਵੇਰ, ਜਦੋਂ ਇੱਥੇ ਹੁੰਦੀ ਹੈ ਰਾਤ, ਤੇ ਜ਼ਿਆਦਾ ਮੈਨੂੰ ਮੈਸੇਜ ਉਦੋਂ ਹੀ ਲੋਕੀ ਕਰਦੇ ਜਦੋਂ ਮੈਂ ਇੱਥੇ ਸੁੱਤਾ ਹੁੰਦਾ। ਤੇ ਰਾਤੋਂ ਰਾਤ ਕਿੰਨੇ ਇਕੱਠੇ ਹੋ ਜਾਂਦੇ ਆ, ਕਿੰਨੇ ਮਤਲਬ ਇੰਨੇ ਜ਼ਿਆਦਾ ਜਿੱਦਾਂ ਦਿਨ ਦੇ ਵਿੱਚ 30-40 ਇਕੱਠੇ ਹੋ ਜਾਂਦੇ ਆ ਐਵਰੀ ਡੇ।
ਤੇ ਉਹ ਸਾਰਿਆਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਮੇਰੇ ਤੋਂ। ਸੋ ਤਾਂ ਕਰਕੇ ਵੀਰੇ ਮੇਰੇ ਤੋਂ ਨਹੀਂ ਦਿੱਤਾ ਗਿਆ ਹੋਊਗਾ ਤੇਰੇ ਸਵਾਲ ਦਾ ਜਿਹੜਾ ਕੋਈ ਮੈਸੇਜ ਕੀਤਾ ਉਹਦਾ ਜਵਾਬ। ਪਰ ਹਾਂ ਇੱਕ ਹੋਰ ਗੱਲ ਕਿ ਵੀਰੇ ਜਿਹੜੇ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਮੈਸੇਜ ਕਰਦੇ ਹੁੰਦੇ ਹੋ ਤੇ ਜਿੱਦਾਂ ਤੁਸੀਂ ਇਕੱਲਾ ਹਾਈ ਲਿਖ ਦਿੰਦੇ ਹੁੰਦੇ ਹੋ ਜਾਂ ਕਿੱਦਾਂ ਬ్రో ਲਿਖ ਦਿੰਦੇ ਹੋ, ਫਿਰ ਜਦੋਂ ਮੈਂ ਇੰਨੇ ਜ਼ਿਆਦਾ ਮੈਸੇਜਾਂ ਦਾ ਰਿਪਲਾਈ ਕਰਦਾ ਤਾਂ ਫਿਰ ਮੈਨੂੰ ਲੱਗਦਾ ਕਿ ਜਿਹੜਾ ਇਕੱਲਾ ਹਾਈ ਹੈ ਉਹਦਾ ਜਵਾਬ ਦੇਣਾ ਇੰਨਾ ਜ਼ਰੂਰੀ ਨਹੀਂ, ਕਿਉਂਕਿ ਉਹ ਬਾਈ ਕੋਈ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਬਸ ਉਹ ਹਾਈ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਸੋ ਜੇਕਰ ਤੁਸੀਂ ਕੋਈ ਸਵਾਲ ਪੁੱਛਦੇ ਹੋ ਜਾਂ ਕੋਈ ਸੁਜੈਸ਼ਨ ਵਗੈਰਾ ਦਿੰਦੇ ਹੋ ਜਾਂ ਕੋਈ ਗੱਲ ਕਰਦੇ ਹੋ ਰੈਦਰ ਦੈਨ ਕਿ ਸਿੱਧਾ ਹਾਈ ਲਿਖਦੇ ਹੋ ਜਾਂ ਕਿੱਦਾਂ ਬ్రో ਲਿਖਦੇ ਹੋ, ਫਿਰ ਮੈਂ ਤੁਹਾਨੂੰ ਫਟਾਫਟ ਜਵਾਬ ਦੇ ਦੂੰਗਾ, ਕਿਉਂਕਿ ਮੈਨੂੰ ਫਿਰ ਕੋਈ ਚੀਜ਼ ਮਿਲ ਗਈ ਜਿਹਦਾ ਮੈਂ ਜਵਾਬ ਦੇ ਸਕਦਾ ਹੈ ਨਾ। ਸੋ ਕੋਈ ਗੱਲਬਾਤ ਕਰੋ, ਕੋਈ ਮੈਸੇਜ ਕਰੋ ਮੈਨੂੰ ਇੰਸਟਾਗ੍ਰਾਮ ਤੇ ਜਾ ਕੇ, ਪਰ ਇਕੱਲਾ ਹਾਏ ਨਾ ਲਿਖਿਓ, ਜ਼ਰੂਰ ਕੋਈ ਨਾ ਕੋਈ ਮੈਸੇਜ ਲਿਖ ਲਿਓ ਨਾਲ ਦੀ ਨਾਲ, ਤਾਂ ਕਿ ਮੈਂ ਤੁਹਾਨੂੰ ਉਹਦਾ ਜਵਾਬ ਦੇ ਸਕਾਂ ਹੈ ਨਾ, ਰੈਦਰ ਦੈਨ ਕਿ ਇਕੱਲਾ ਹਾਏ ਦਾ ਜਵਾਬ ਦੇਵਾਂ। ਸੋ ਇਹੋ ਹੀ ਵੀਰੇ ਤੇਰਾ ਜਵਾਬ ਆ। ਹਾਂ ਜੇਕਰ ਮੈਨੂੰ ਕੋਈ ਤੇਰਾ ਮੈਸੇਜ ਦਿਖਿਆ ਤਾਂ ਮੈਂ ਜ਼ਰੂਰ ਉਹਦਾ ਰਿਪਲਾਈ ਕਰ ਦੂੰਗਾ। ਜਗਜੀਤ ਗਿੱਲ ਵੀਰੇ। ਸੋ ਇੱਕ ਵੀਰ ਨੇ ਸੁਜੈਸ਼ਨ ਦਿੱਤੀ ਹੈ ਕਿ ਬਾਈ ਇੱਕ GoPro ਲੈ ਲਓ, ਰਿਕਾਰਡਿੰਗ ਜਿਹੜੀ ਆ ਉਹ ਈਜ਼ੀ ਹੋ ਜੂਗੀ ਜਦੋਂ ਮੈਂ ਵੀਡੀਓ ਬਣਾਉਂਦਾ ਉਹਨਾਂ ਦੇ ਲਈ। ਉਹਦੇ ਲਈ ਵੀਰੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਰਿਕਾਰਡਿੰਗ ਜਿਹੜੀ ਮੈਂ ਫ਼ੋਨ 'ਤੇ ਕਰਦਾ ਉਹ ਮੇਰੀ ਸਭ ਤੋਂ ਕਨਵੀਨੀਅੰਟ ਅਤੇ ਸੌਖੀ ਹੈ, ਕਿਉਂਕਿ ਫ਼ੋਨ ਜਿਹੜਾ ਹਮੇਸ਼ਾ ਕੋਲ ਹੀ ਹੁੰਦਾ ਹੈ ਨਾ, ਫਟਾਫਟ ਕੱਢ ਕੇ ਵੀਡੀਓ ਬਣਾ ਲਈਦੀ ਆ। ਜਿਹੜੇ ਕੈਮਰਾ ਗੀਅਰ ਜਿਹੜਾ ਜ਼ਿਆਦਾ ਇਕੱਠਾ ਕਰ ਲੈਣਾ ਫਿਰ ਉਹ ਵਰਤੋਂ 'ਚ ਨਹੀਂ ਆਉਂਦਾ, ਕਿਉਂਕਿ ਕੈਮਰਾ ਜਿਹੜਾ ਵਾ ਜਿੱਦਾਂ GoPro ਵੀ ਲਾ ਲਾਂ ਮੈਂ, ਉਹ ਫਿਰ ਉਹ ਕੱਢ ਕੇ ਜ਼ਿਆਦਾ ਜੇਬਾਂ ਭਰ ਸਕਦੇ ਹੋ ਨਾ ਚੀਜ਼ਾਂ ਦੇ ਨਾਲ, ਜਾਂ ਬੈਕ ਕੈਰੀ ਕਰੀਏ ਆਲੇ ਦੁਆਲੇ, ਉਹ ਫਿਰ ਉਹ ਜ਼ਿਆਦਾ ਹੋ ਜਾਂਦਾ ਵਾ। ਜਿਹੜਾ ਫੋਨ ਹੈ ਉਹ ਸਭ ਤੋਂ ਵਧੀਆ ਚੀਜ਼ ਹੈ ਰਿਕਾਰਡ ਕਰਨ ਦੇ ਲਈ ਵੀਡੀਓ ਜਿਹੜੀ ਆ, ਕਿਉਂਕਿ ਉਹਦੇ ਨਾਲ ਫਟਾਫਟ ਜਿਹੜਾ ਬੰਦਾ ਫੋਨ ਕੱਢ ਕੇ ਤੇ ਰਿਕਾਰਡ ਕਰ ਦਿੰਦਾ। GoPro ਵੀ ਲੈ ਲਾਂਗੇ ਅੱਗੇ ਜਾ ਕੇ। ਅੱਜ ਤਾਂ ਵੈਸੇ ਵੀ ਆਪਣਾ ਚੈਨਲ ਇੰਨਾ ਜ਼ਿਆਦਾ ਤਗੜਾ ਨਹੀਂ ਹੋਇਆ ਕਿ ਅਜੇ ਬਹੁਤ ਜ਼ਿਆਦਾ ਗੀਅਰ ਲੈਣ ਲੱਗ ਪਓ ਉਹਦੇ ਲਈ, ਪਰ ਹਾਂ ਅੱਗੇ ਜਾ ਕੇ ਜ਼ਰੂਰ GoPro ਵੀ ਲੈ ਲਾਂਗੇ ਵੀਰੇ। ਇੱਕ ਮੈਂ ਵੀਡੀਓ ਪਾਈ ਸੀਗੀ ਕਲਿਫ ਓਵਰਲੁਕਿੰਗ ਸਿਟੀ ਨਾਮ ਵੀਡੀਓ ਦਾ, ਉਹਦੇ ਉੱਤੇ ਕਮੈਂਟ ਆਇਆ ਵਾ ਵੀਰ ਅੱਜ ਕੱਲ੍ਹ ਤਾਂ ਇੰਡੀਆ ਵਿੱਚ ਵੀ ਅਸਮਾਨ ਜਿਹੜਾ ਉਹ ਸਾਫ਼ ਆ, ਕਿਉਂਕਿ ਮੈਂ ਉਹਦੇ 'ਚ ਗੱਲ ਕਰਦਾ ਸੀਗਾ ਕਿ ਅੱਜ ਅਸਮਾਨ ਇੱਥੇ ਬਹੁਤ ਸਾਫ਼ ਹੈ, ਜਿੱਦਾਂ ਵੀਡੀਓ ਬਣਾਉਂਦਾ ਸੀ ਕਿ ਦੂਰ ਤੱਕ ਦਿਖਦਾ ਸੀ ਤਾਂ ਕਰਕੇ। ਤੇ ਉਹ ਵੀਰ ਨੇ ਮੇਰੇ ਹਿਸਾਬ ਨਾਲ ਤਾਂ ਕਿਹਾ ਵਾ ਕਿਉਂਕਿ ਜਿਹੜਾ ਆਪਣਾ ਇੱਕ ਵਾਇਰਸ ਚੱਲ ਰਿਹਾ ਜਾਂ ਕਰੋਨਾ ਵਾਇਰਸ ਦੇ ਚੱਲਦੇ ਕਰਕੇ ਸਾਰੇ ਬੰਦੇ ਲੋਕਡਾਊਨ ਲੱਗਾ ਵਾ, ਉਹਦੇ ਕਰਕੇ ਜਿਹੜਾ ਇੰਡੀਆ ਦੇ ਵਿੱਚ ਅਸਮਾਨ ਵੀ ਕਹਿੰਦੇ ਬਹੁਤ ਸਾਫ਼ ਹੋ ਗਿਆ ਪਹਿਲਾਂ ਨਾਲੋਂ। ਪਹਿਲਾਂ ਦੂਰ ਤੱਕ ਦਿਖਦਾ ਨਹੀਂ ਸੀ ਤੇ ਹੁਣ ਕਹਿੰਦੇ ਦਿਖ ਜਾਂਦਾ ਆ। ਸੱਚ ਤੋਂ ਮੈਨੂੰ ਇੱਕ ਆਪਣੀ ਉਹ ਵੀ ਕਹਾਣੀ ਯਾਦ ਆਉਂਦੀ, ਮੈਨੂੰ ਨਾ ਬਹੁਤ ਛੋਟਾ ਹੁੰਦਾ ਸੀਗਾ ਮੈਂ, ਤੇ ਇਹਦੇ ਬਾਰੇ ਮੈਂ ਗੱਲ ਨਹੀਂ ਕੀਤੀ ਕਦੀ। ਸੋ ਮੈਂ ਬਹੁਤ ਛੋਟਾ ਹੁੰਦਾ ਸੀਗਾ, ਸਾਡੇ ਪਿੰਡੋਂ ਜਦੋਂ ਮੈਂ ਕੋਠੇ 'ਤੇ ਚੜ੍ਹਨਾ ਹੈ ਕਦੇ, ਮਤਲਬ ਕੋਠੇ ਚੜ੍ਹ ਕੇ ਤਾਂ ਉਹ ਬਾਹਰ ਦੇਖਣਾ ਦੂਰ ਤੱਕ ਸਵੇਰੇ ਜਦੋਂ ਮਤਲਬ ਕਿ ਗੱਡੀਆਂ ਨਹੀਂ ਚੱਲ ਰਹੀਆਂ, ਸਾਰੇ ਬੰਨੇ ਸ਼ਾਂਤੀ ਆ, ਸੂਰਜ ਨਿਕਲਿਆ ਹੋਣਾ ਤੇ ਜਦੋਂ ਕਹਿੰਦੇ ਆ ਜੇ ਸਵੇਰ ਚੜ੍ਹਦੀ ਹੁੰਦੀ ਜਦੋਂ, ਉਦੋਂ ਮੈਨੂੰ ਬੜੀ ਵਾਰ ਯਾਦ ਆ ਜਿਹੜੇ ਉਹ ਮਾਊਂਟੇਨ ਜਿਹੜੇ ਆਪਣੇ ਪਿੰਡੋਂ ਜਿਹੜੇ ਪਹਾੜ ਦਿਖ ਜਾਂਦੇ ਹੁੰਦੇ ਆ ਨਾ। ਸੋ ਉੱਦਾਂ ਦੀ ਇੱਕ ਫੋਟੋ ਜਿਹੜੀ ਆ ਬੜੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਕਿ ਲੁਧਿਆਣੇ 'ਚੋਂ ਪਤਾ ਨਹੀਂ ਕਿੱਥੋਂ ਜਿਹੜੇ ਪਹਾੜ ਦਿਖ ਰਹੇ ਆ, ਉਹ ਬਾਈ ਕਿਸੇ ਨੇ ਫੋਟੋ ਖਿੱਚੀ ਆਪਣੇ ਪਿੰਡੋਂ ਕੋਠੇ ਤੋਂ ਕਿ ਦੂਰ ਜਿਹੜੇ ਪਹਾੜ ਦਿਖ ਰਹੇ ਆ, ਕਿਉਂਕਿ ਜਿਹੜੇ ਉਹ ਅੱਜ ਕੱਲ੍ਹ ਹੁਣ ਜਦੋਂ ਪੋਲੂਸ਼ਨ ਵਗੈਰਾ ਜ਼ਿਆਦਾ ਹੋ ਗਿਆ ਉਹਦੇ ਕਰਕੇ ਬਹੁਤਾ ਦੂਰ ਦਿਖਦਾ ਨਹੀਂ ਹੈ ਨਾ। ਸੋ ਉਹ ਚੀਜ਼ ਵਧੀਆ ਲੱਗੀ ਮੈਨੂੰ ਦੇਖ ਕੇ ਫੋਟੋ ਕਿ ਜਿਹੜਾ ਹੁਣ ਪਹਾੜ ਵਗੈਰਾ ਦਿਖਣ ਲੱਗ ਪਿਆ ਪਿੰਡਾਂ ਦੇ ਵਿੱਚੋਂ ਹੀ, ਬੜੀ ਵੱਡੀ ਗੱਲ ਹੈ ਯਾਰ ਕਿ ਇੰਨੀ ਸਫਾਈ ਹੋਣੀ ਅਸਮਾਨ ਦੀ। ਤੇ ਵੈਸੇ ਚਾਹੀਦਾ ਤਾਂ ਇੱਦਾਂ ਹੀ ਆ ਕਿ ਹਮੇਸ਼ਾ ਅਸਮਾਨ ਸਾਫ਼ ਰਹੇ, ਦਿਖਦਾ ਰਹੇ ਦੂਰ ਤੱਕ। ਇੱਥੇ ਇਹ ਗੱਲ ਜ਼ਰੂਰ ਹੈ ਕਿ ਇੱਥੇ ਤੁਹਾਨੂੰ ਇਸ ਚੀਜ਼ ਦਾ ਇੰਨਾ ਨਹੀਂ ਹੈਗਾ, ਜੇ ਪੋਲੂਸ਼ਨ ਜਿਹੜਾ ਇੰਨਾ ਜ਼ਿਆਦਾ ਨਹੀਂ ਅਜੇ ਹੋਇਆ ਇੱਥੇ ਕਿ ਜਿਹੜਾ ਅਸਮਾਨ ਇੰਨਾ ਗੰਦਾ ਨਹੀਂ ਹੋਇਆ। ਜਦੋਂ ਦਿਨ ਸਾਫ਼ ਚੜ੍ਹਦਾ ਆ ਸਾਰਾ ਦੂਰ ਤੱਕ ਜ਼ਰੂਰ ਦਿਖਦਾ। ਇੱਥੇ ਜਿਹੜਾ ਕਹਿੰਦੇ ਆ ਵਿਜ਼ਨ ਤੁਹਾਡੀ ਕੀ ਕਹਿੰਦੇ ਆ, ਮੈਨੂੰ ਯਾਦ ਨਹੀਂ ਕੀ ਕਹਿੰਦੇ ਨੇ ਯਾਰ, ਮਤਲਬ ਬਹੁਤ ਦੂਰ ਤੱਕ ਦਿਖ ਜਾਂਦਾ ਵਾ ਇੱਥੇ ਜਦੋਂ ਦਿਨ ਚੜ੍ਹੇ, ਦਿਨ ਸਾਫ਼ ਹੋਵੇ, ਇਹੋ ਕਹਿਣ ਦੀ ਕਰ ਰਿਹਾ ਕੋਸ਼ਿਸ਼। ਅੱਛਾ, ਸੋ ਇੱਕ ਸਵਾਲ ਜਿਹੜਾ ਬੜਾ ਅਕਸਰ ਆਉਂਦਾ ਮੈਨੂੰ, ਆ ਇੱਕ ਰਾਹੁਲ ਗਜਮੋਟੀ ਇੱਦਾਂ ਦਾ ਕੋਈ ਨਾਂ ਵੀਰ ਦਾ, ਉਹਨੇ ਪੁੱਛਿਆ ਵਾ ਉਹੀ ਸਵਾਲ ਕਿ ਜਿੱਦਾਂ ਕੈਨੇਡਾ ਆਉਣਾ ਚਾਹੁੰਦਾ ਵੀਰ, ਤੇ ਉਹ ਪੁੱਛ ਰਿਹਾ ਵਾ ਕਿ ਕੈਨੇਡਾ ਕੀ ਟਰੱਕਿੰਗ ਦੇ ਬੇਸ 'ਤੇ ਜਾਂ ਟਰੱਕਿੰਗ ਲਈ ਆ ਸਕਦੇ ਆ, ਤੇ ਕੀ ਐਕਸਪੀਰੀਅੰਸ ਇੰਡੀਆ ਤੋਂ ਉਹਦਾ ਕੋਈ ਫਾਇਦਾ ਹੁੰਦਾ ਆ, ਤੇ ਕੀ ਫਿਊਚਰ ਸਿਕਿਉਰ ਹੁੰਦਾ ਵਾ, ਉਹਦੇ ਬਾਰੇ ਪਲੀਜ਼ ਵੀਡੀਓ ਬਣਾਓ। ਫਿਊਚਰ ਸਿਕਿਉਰ ਹੁੰਦਾ ਜਾਂ ਨਹੀਂ ਹੁੰਦਾ, ਇਹ ਬਹੁਤ ਹੀ ਇੱਕ ਬਰੋਡ ਕੁਐਸਚਨ ਆ ਜਾਂਦਾ, ਮਤਲਬ ਕਿ ਜੇਕਰ ਤੁਸੀਂ ਕੰਮ ਕਰਦੇ ਹੋ, ਮਿਹਨਤ ਕਰਦੇ ਹੋ ਤਾਂ ਹਾਂਜੀ ਸਾਰਿਆਂ ਦਾ ਫਿਊਚਰ ਸਿਕਿਉਰ ਹੀ ਹੈ। ਜੇਕਰ ਤੁਸੀਂ ਇੱਥੇ ਐਜ਼ ਅ ਟਰੱਕ ਡਰਾਈਵਰ ਆਉਂਦੇ ਹੋ ਕੈਨੇਡਾ ਦੇ ਵਿੱਚ, ਤੁਸੀਂ ਟਰੱਕ ਚਲਾਉਂਦੇ ਹੋ, ਮਿਹਨਤ ਕਰ ਰਹੇ ਹੋ, ਆਪਣਾ ਕੰਮ ਕਰਦੇ ਰਹਿੰਦੇ ਹੋ, ਤੇ ਫਿਊਚਰ ਸਿਕਿਉਰ ਹੈ, ਸਾਰਿਆਂ ਦਾ ਸਿਕਿਉਰ ਹੀ ਹੁੰਦਾ ਆ। ਕੰਮ ਤੁਹਾਨੂੰ ਮਿਲੀ ਜਾਂਦਾ। ਜੇ ਤੁਹਾਡਾ ਇਹ ਸਵਾਲ ਹੈ ਕਿ ਹਾਂ ਕੰਮ ਤੁਹਾਨੂੰ ਮਿਲੀ ਜਾਊਗਾ, ਉਹ ਕੋਈ ਚੱਕਰ ਨਹੀਂ। ਤੇ ਕੀ ਤੁਸੀਂ ਕੈਨੇਡਾ ਟਰੱਕਿੰਗ ਦੇ ਬੇਸ 'ਤੇ ਆ ਸਕਦੇ ਹੋ? ਹਾਂਜੀ ਜ਼ਰੂਰ ਆ ਸਕਦੇ ਹੋ ਜੀ। ਤੁਸੀਂ ਕਿਸੇ ਨਾ ਕਿਸੇ ਕੰਪਨੀ ਤੋਂ ਲੈ ਸਕਦੇ ਹੋ, ਕੀ ਕਹਿੰਦੇ ਉਹਨੂੰ,
LMI ਕਹਿੰਦੇ ਆ ਸ਼ਾਇਦ, ਵਰਕ ਪਰਮਿਟ ਜਿਹੜਾ ਕਿਸੇ ਕੰਪਨੀ ਦੇ ਨਾਲ ਜਿਹੜਾ ਲੈ ਕੇ ਤੇ ਉਹ ਜ਼ਰੂਰ ਆ ਸਕਦੇ ਹੋ। ਉਹਨੂੰ ਇਸ ਚੀਜ਼ ਬਾਰੇ ਜਿਹੜੀ ਇਮੀਗ੍ਰੇਸ਼ਨ ਦੀ ਜਿਹਦੀ ਜ਼ਿਆਦਾ ਜਾਣਕਾਰੀ ਜਿਹੜੀ ਵਿਸਥਾਰ ਦੇ ਵਿੱਚ ਲੈਣੀ ਆ, ਉਹ ਹਰੇਕ ਤੇ ਸਿਚੁਏਸ਼ਨ 'ਤੇ ਡਿਪੈਂਡ ਕਰਦੀ ਹੁੰਦੀ ਹੈ। ਤਾਂ ਕਰਕੇ ਇਸ ਚੀਜ਼ ਦੀ ਐਡਵਾਈਸ ਜਿਹੜੀ ਕਿਸੇ ਇਮੀਗ੍ਰੇਸ਼ਨ ਸਪੈਸ਼ਲਿਸਟ ਤੋਂ ਜ਼ਰੂਰ ਲਿਆ ਕਰੋ, ਕਿ ਜਿਹੜਾ ਬੰਦਾ ਇਮੀਗ੍ਰੇਸ਼ਨ ਕਰਦਾ ਹੈ ਉਹਨੂੰ ਪੁੱਛ ਲਿਆ ਕਰੋ ਕਿ ਹਾਂ ਵੀ ਕਿੱਦਾਂ ਮੈਂ ਕਰ ਸਕਦਾ। ਜੇ ਤੁਹਾਨੂੰ ਇੱਕ ਜਣੇ 'ਤੇ ਭਰੋਸਾ ਨਹੀਂ ਹੈ, 2-3 ਜਣਿਆਂ ਨੂੰ ਪੁੱਛ ਲਓ ਤੇ ਫਿਰ ਤੁਹਾਡਾ ਵਧੀਆ ਰਹੂਗਾ, ਕਿਉਂਕਿ ਹਰੇਕ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਜੇਕਰ ਮੈਂ ਤੁਹਾਨੂੰ ਇੱਥੇ ਕੋਈ ਗੱਲ ਦੱਸਦਾ ਵੀ ਇੱਦਾਂ ਕਰ ਲਾ ਜਾਂ ਉੱਦਾਂ ਕਰ ਲਾ, ਜਿੱਦਾਂ ਉਹ ਗੱਲ ਆਉਂਦੀ ਕਿ ਆਪਣੀ ਸਿਚੁਏਸ਼ਨ ਦੇਖੋ, ਉਸ ਹਿਸਾਬ ਨਾਲ ਤੁਸੀਂ ਕਿਵੇਂ ਆ ਸਕਦੇ ਹੋ, ਕੀ ਤੁਹਾਨੂੰ ਸਹੀ ਲੱਗਦਾ, ਕੀ ਤੁਸੀਂ ਡਰਾਈਵਿੰਗ ਕਰਨੀ ਚਾਹੁੰਦੇ ਵੀ ਹੋ ਕੈਨੇਡਾ ਆ ਕੇ, ਕਿ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਇਹਨਾਂ ਟਾਈਮ, ਕਿ ਤੁਹਾਡੇ ਲਈ ਉਹ ਸਹੀ ਆ। ਕਈ ਜਣਿਆਂ ਲਈ ਸਹੀ ਵੀ ਨਹੀਂ ਹੋ, ਕਈ ਜਣੇ ਉਹਦੀ ਵਧੀਆ ਜ਼ਿੰਦਗੀ ਹੋਊਗੀ, ਸੈੱਟ ਹੋਊਗਾ, ਕਾਰੋਬਾਰ ਹੋਊਗਾ, ਇੱਕ ਜੌਬ ਹੋਊਗੀ, ਸਾਰਾ ਕੁਝ ਛੱਡ ਕੇ ਆਉਣਾ ਜਿਹੜਾ ਵਾ ਉਹ ਫਿਰ ਇੱਕ ਰਿਸਕ ਵੀ ਤਾਂ ਹੁੰਦਾ ਉਹਦੇ ਨਾਲ, ਹੈ ਨਾ। ਸੋ ਉਹਦੇ ਨਾਲ ਥੋੜ੍ਹਾ ਟਾਈਮ ਤੁਹਾਨੂੰ ਸ਼ਾਇਦ ਦੁਖੀ ਵੀ ਹੋਣਾ ਪਏ, ਸ਼ਾਇਦ ਨਾ ਹੋਣਾ ਪਵੇ। ਸੋ ਇਹ ਸਾਰਾ ਕੁਝ ਜਿਹੜਾ ਵਾ ਹਰੇਕ ਦੇ ਵੱਖਰਾ ਸਿਸਟਮ, ਹਰੇਕ ਦੇ ਵੱਖਰੇ ਸਿਚੁਏਸ਼ਨ ਹੁੰਦੇ ਸਾਰਿਆਂ ਦੇ, ਹੈ ਨਾ। ਇਸ ਗੱਲ ਦਾ ਜਵਾਬ ਇਹੋ ਹੀ ਆ ਕਿ ਹਾਂਜੀ ਤੁਹਾਡਾ ਫਿਊਚਰ ਸਿਕਿਉਰ ਹੀ ਹੈ ਜੀ, ਆ ਸਕਦੇ ਹੋ ਤੁਸੀਂ ਕੈਨੇਡਾ ਐਜ਼ ਅ ਟਰੱਕ ਡਰਾਈਵਰ, ਪਰ ਆਪਣੀ ਜਿਹੜੀ ਆ ਆਪਣੇ ਬਾਰੇ ਜਿਹੜੀ ਆਪ ਸੋਚ ਰੱਖੋ, ਆਪਣੇ ਬਾਰੇ ਆਪਣੀ ਕੰਡੀਸ਼ਨ ਦਾ ਜਿਹੜਾ ਖਿਆਲ ਹੈ ਉਹ ਆਪ ਰੱਖੋ, ਤੇ ਮਤਲਬ ਆਪਣੀ ਸੋਚ ਦੇ ਨਾਲ ਚੱਲੋ, ਉਹ ਸਭ ਤੋਂ ਬੈਸਟ ਰਹੂਗਾ, ਰੈਦਰ ਦੈਨ ਕਿ ਮੇਰੇ ਕੋਲੋਂ ਜਵਾਬ ਲੈ ਕੇ ਜਾਂ ਇੱਧਰ ਉੱਧਰੋਂ ਕਿਸੇ ਕੋਲੋਂ ਵੀ ਜਵਾਬ ਲੈ ਕੇ ਚੱਲਣ ਨਾਲੋਂ ਤੁਸੀਂ ਆਪ ਸੋਚੋ ਕਿ ਤੁਹਾਡੇ ਲਈ ਬੈਸਟ ਕੀ ਆ, ਜਿਹੜਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਾਰਾ ਕੁਝ ਹੀ ਆਉਂਦਾ ਯਾਰ, ਆ ਤਾਂ ਜਾਓਗੇ, ਕੋਈ ਚੱਕਰ ਨਹੀਂ। ਵੀਰ ਡਰੋਨ ਕੈਮਰਾ ਲੈ ਲਓ, ਇਹ ਵਾਲਾ ਵੀ ਸਵਾਲ ਤਾਂ ਨਹੀਂ, ਕਮੈਂਟ ਆ ਗਿਆ ਕਾਫੀ ਵਾਰ ਕਿ ਹੁਣ ਵੀਰੇ ਜਿਹੜਾ ਇੱਕ ਡਰੋਨ ਵਾਲਾ ਕੈਮਰਾ ਉਹ ਲੈ ਲਾ। ਅੱਛਾ, ਡਰੋਨ ਵਾਲਾ ਕੈਮਰਾ ਮੇਰਾ ਵੀਰ ਆਉਂਦਾ ਆ ਲਗਭਗ, ਜੇ ਵਧੀਆ ਲੈਣਾ ਵਾ ਨਾ ਤੁਸੀਂ, ਵਧੀਆ ਹਾਈ ਕੁਆਲਿਟੀ ਵਾਲਾ, 1200 ਤੋਂ ਘੱਟ ਦਾ ਨਹੀਂ ਹੁੰਦਾ। ਸੋ 2000 ਦੇ ਲਾਗੇ ਤੱਕ ਵੀ ਜਾਂਦੇ ਜਿਹੜੇ ਵਧੀਆ, ਜਿਹੜੇ ਡੀਸੈਂਟ ਕੁਆਲਿਟੀ ਦੇ ਨੇ। ਉੱਦਾਂ ਗਾਂ ਦੀਆਂ ਪ੍ਰਾਈਸ ਆਈ ਜਾਂਦੇ, ਬੜੇ ਮਹਿੰਗੇ ਹੋ ਜਾਂਦੇ ਆ, ਪਰ ਮਤਲਬ ਜੇ ਡੀਸੈਂਟ ਕੁਆਲਿਟੀ ਦਾ ਲੈਣਾ ਤੁਹਾਨੂੰ 1200 ਤੋਂ ਘੱਟ। ਇੱਕ ਮੈਵਿਕ ਮਿਨੀ ਆ ਜਾਂਦਾ ਹੈ, ਉਹ ਹੈਗਾ ਵਾ 400-500 ਦਾ, ਪਰ ਉਹਦੀ ਕੁਆਲਿਟੀ ਇੰਨੀ ਜ਼ਿਆਦਾ ਵਧੀਆ ਨਹੀਂ ਹੈਗੀ। ਸੋ ਮੈਂ ਦੇਖਦਾ ਸੀਗਾ, ਜੇਕਰ ਚੈਨਲ ਤੁਸੀਂ ਜਿਹੜਾ ਆਪਣਾ ਤੁਹਾਡਾ ਚੈਨਲ ਹੈ ਪ੍ਰਭਦੀਪ ਸਿੰਘ, ਇਸ ਚੈਨਲ ਨੂੰ ਵੱਡਾ ਕਰੋ, ਸ਼ੇਅਰ ਕਰੋ ਵੱਧ ਤੋਂ ਵੱਧ, ਇੰਨੇ ਜੋਗਾ ਕਰੋ ਕਿ ਮੈਂ ਡਰੋਨ ਲੈ ਕੇ ਤੇ ਉਹ ਵੀ ਸ਼ਾਰਟਸ ਜਿਹੜੇ ਉਹ ਵੀ ਵਲੌਗਸ ਦੇ ਵਿੱਚ ਪਾਇਆ ਕਰਾਂ, ਤੇ ਉਹ ਮੈਨੂੰ ਵਰਥ ਇਟ ਲੱਗੇ ਕਿ ਹਾਂ ਜਿਹੜੀ ਵੀ ਇਨਵੈਸਟਮੈਂਟ ਹੈ, ਜਿਹੜੇ ਪੈਸੇ ਖਰਚੇ ਇਹਦਾ ਕੋਈ ਫਾਇਦਾ ਹੋਇਆ। ਉੱਦਾਂ ਮੇਰਾ ਵੀ ਤਾਂ ਦਿਲ ਕਰਦਾ ਆ ਕਿ ਡਰੋਨ ਲੈ ਕੇ ਤੇ ਉਹ ਵੀ ਸ਼ਾਰਟਸ ਪਾਇਆ ਕਰਾਂ, ਪਰ ਅਜੇ ਮੈਨੂੰ ਲੱਗਦਾ ਕਿ ਉਹ ਇੰਨੀ ਵੱਡੀ ਇਨਵੈਸਟਮੈਂਟ ਕਰਨ ਦਾ ਆਪਣਾ ਉਹ ਨਹੀਂ ਬਣਿਆ, ਬਜਟ ਨਹੀਂ ਬਣਿਆ, ਹੈ ਨਾ, ਕਿ ਜਿਹੜੇ YouTube ਦੇ ਲਈ ਆਪਾਂ ਡਰੋਨ ਜਿਹੜੇ ਸ਼ਾਰਟ ਪਾਇਆ ਕਰੀਏ, ਕਿਉਂਕਿ ਉਹ ਡਰੋਨ ਸ਼ਾਟ ਜਿਹੜੇ ਹੁੰਦੇ ਆ ਉਹ ਵੈਸੇ ਵੀ ਤੁਸੀਂ ਜਿੱਦਾਂ ਵੱਧ ਤੋਂ ਵੱਧ 10-20 ਸੈਕਿੰਡ ਦਾ ਪਾ ਸਕਦੇ ਹੋ ਜਾਂ 30 ਸੈਕਿੰਡ ਦਾ ਪਾ ਸਕਦੇ ਹੋ, ਤੇ ਵੈਸੇ ਵਲੌਗ ਤਾਂ ਬਣੀ ਜਾਂਦੇ, ਹੈ ਨਾ। ਸਾਨੂੰ ਵਧੀਆ ਲੱਗ ਰਿਹਾ ਅਜੇ ਤਾਂ, ਜਦੋਂ ਗਾਂ ਦੀਆਂ ਚੱਲਦਾ ਡਰੋਨ ਵੀ ਲੈ ਲਾਂਗੇ, ਮੈਂ ਵੀ ਲੈਣ ਦੀ ਬੜੀ ਵਾਰ ਸੋਚਦਾ, ਬਸ ਅਜੇ ਮੈਨੂੰ ਇੱਦਾਂ ਲੱਗਦਾ ਵਾ ਕਿ ਅਜੇ ਇੰਨੇ ਪੈਸੇ ਖਰਚਣੇ ਇੱਕ ਵੀਡੀਓ ਬਣਾਉਣ ਦੇ ਲਈ ਅਜੇ ਉਹ ਸਹੀ ਨਹੀਂ ਲੱਗਦੇ, ਜਾਇਜ਼ ਨਹੀਂ ਲੱਗਦੇ। ਗਾਂ ਦੀਆਂ ਜ਼ਰੂਰ ਲੈ ਲਾਂਗੇ ਡਰੋਨ ਵੀਰੇ। ਸੋ ਹਾਂ, ਇਹ ਜਿਹੜੀਆਂ ਵੀਡੀਓਜ਼ ਨੇ, ਵਲੌਗਸ ਨੇ, ਪੋਡਕਾਸਟ ਆ ਜਿਹੜੀ, ਹੁਣ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰੋ, ਵੱਡਾ ਕਰ ਦਿਓ ਚੈਨਲ ਨੂੰ, ਫਿਰ ਮੈਂ ਤਾਂ ਕਿ ਮੈਂ ਡਰੋਨ ਲੈਣ ਜੋਗਾ ਹੋਵਾਂ ਤੇ ਇੱਦਾਂ ਨਾ ਲੱਗੇ ਮੈਨੂੰ ਕਿ ਬੜਾ ਭਾਰਾ ਕੰਮ ਕਰ ਲਿਆ ਡਰੋਨ ਲੈ ਕੇ। Bro, I like the way you tell about your all mistakes, that's helpful, what not to do, thanks। ਅੱਛਾ, ਸੋ ਵੀਰ ਦਾ ਨਾਮ ਆ ਕੁਨਾਲ ਸ਼ਰਮਾ। ਸੋ ਬਾਈ ਕਹਿੰਦਾ ਵਾ ਕਿ ਜਿਹੜਾ ਮੈਂ ਦੱਸ ਦਿੰਦਾ ਵਾ ਕਿ ਜਿਹੜੀ ਕੋਈ ਗਲਤੀ ਹੁੰਦੀ ਮੇਰੇ ਤੋਂ ਉਹਦੇ ਬਾਰੇ ਮੈਂ ਦੱਸ ਦਿੰਦਾ ਵਾ, ਉਹ ਸਾਰਿਆਂ ਲਈ ਬੜੀ ਹੈਲਪਫੁਲ ਚੀਜ਼ ਆ, ਤੇ ਉਹਦੇ ਲਈ ਉਹ ਧੰਨਵਾਦ ਕਰ ਰਿਹਾ ਮੇਰਾ। ਹਾਂਜੀ, ਸੋ ਗਲਤੀਆਂ ਜਿਹੜੀਆਂ ਨੇ ਅਕਸਰ ਮੈਂ ਜਦੋਂ ਮੈਂ ਪਹਿਲਾਂ ਵੀਡੀਓ ਬਣਾਉਣੀ ਸ਼ੁਰੂ ਕੀਤੀਆਂ ਸੀਗੀਆਂ, ਮੈਂ ਵੀ ਇੱਦਾਂ ਕੋਸ਼ਿਸ਼ ਕਰਦਾ ਹੁੰਦਾ ਕਿ ਤੁਹਾਨੂੰ ਜਿਹੜਾ ਜੋ ਵੀ ਵੀਡੀਓ ਬਣਾਵਾਂ ਤੁਹਾਨੂੰ ਉਹ ਚੀਜ਼ ਵਿਖਾਵਾਂ ਕਿ ਦੇਖੋ ਮੈਂ ਕਿੰਨਾ ਪਰਫੈਕਟ ਆ ਤੇ ਮੈਂ ਕਿੰਨਾ ਵਧੀਆ, ਮੈਂ ਕੋਈ ਗਲਤੀ ਨਹੀਂ ਕਰਦਾ, ਹੈ ਨਾ। ਪਰ ਫਿਰ ਮੈਂ ਹੌਲੀ ਹੌਲੀ ਇਸ ਚੀਜ਼ ਨੂੰ ਰੀਅਲਾਈਜ਼ ਕੀਤਾ ਕਿ ਯਾਰ ਨਹੀਂ, ਜੇਕਰ ਆਪਾਂ ਆਪਣੀਆਂ ਗਲਤੀਆਂ ਨਹੀਂ ਵਿਖਾਉਂਗੇ, ਜੇ ਮੈਂ ਤੁਹਾਨੂੰ ਆਪਣੀ ਗਲਤੀ ਨਹੀਂ ਦਿਖਾਊਂਗਾ, ਜੇ ਮੈਂ ਕੋਈ ਗਲਤੀ ਕਰਕੇ ਉਹ ਤੋਂ ਕੁਛ ਸਿੱਖਿਆ ਨਹੀਂ ਤੇ ਤੁਹਾਨੂੰ ਉਹਦੇ ਬਾਰੇ ਨਹੀਂ ਦੱਸਿਆਗਾ, ਤੇ ਫਿਰ ਮੇਰੇ ਵੀਡੀਓ ਬਣਾਉਣ ਦਾ ਜਾਂ ਮੇਰੇ ਸਿੱਖਣ ਦਾ ਕੋਈ ਫਾਇਦਾ ਤਾਂ ਹੋਇਆ ਨਹੀਂ ਖਾਸ, ਹੈ ਨਾ। ਸੋ ਜਿਹੜਾ ਸੱਚ ਦੱਸਣਾ ਕਿ ਹਾਂ ਮੇਰੇ ਤੋਂ ਆਹ ਗਲਤੀ ਹੋਈ ਆ ਤੇ ਉਹਨੂੰ ਮੈਂ ਕਿੱਦਾਂ ਸੁਧਾਰਿਆ, ਉਹ ਫਿਰ ਉਹ ਵਧੀਆ ਰਹਿੰਦਾ ਉਹਦੇ ਨਾਲ। ਫਿਰ ਹਾਂ, ਕਈ ਜਣੇ ਜਿਹੜੇ ਆ ਉਸ ਚੀਜ਼ ਨੂੰ ਜੱਜ ਬਹੁਤ ਕਰਦੇ ਆ, ਕਈ ਜਣੇ ਬੜੇ ਬਕਵਾਸ ਜਿਹੇ ਕਮੈਂਟ ਕਰਦੇ ਆ ਕਿ ਉਹ ਤੂੰ ਮਤਲਬ ਕਿ ਤੂੰ ਰਹਿਣ ਹੀ ਦੇ, ਤੈਨੂੰ ਪਤਾ ਕੱਖ ਨਹੀਂ ਲੱਗਦਾ, ਹੈ ਨਾ। ਪਰ ਗਲਤੀਆਂ ਜਿਹੜੀਆਂ ਉਹ ਲਗਾਤਾਰ ਸਾਰੀ ਉਮਰ ਆਪਾਂ ਕਰਦੇ ਰਹਿੰਦੇ, ਮੈਨੂੰ ਪਤਾ ਆ ਕਿ ਆਪਾਂ ਸਾਰੀ ਉਮਰ ਗਲਤੀਆਂ ਕਰਦੇ ਆ, ਪਰ ਇਹੋ ਗੱਲ ਹੁੰਦੀ ਹੈ ਕਿ ਗਲਤੀ ਤੋਂ ਜਿਹੜਾ ਸਿੱਖ ਕੇ ਤੇ ਫਿਰ ਤੁਰ ਪੈਣਾ ਉਹ ਸਭ ਤੋਂ ਜ਼ਰੂਰੀ ਆ, ਤੇ ਉਹ ਗਲਤੀ ਨਾ ਦੁਹਰਾਉਣੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਆ। ਸੋ ਇਸ ਕਰਕੇ ਜਿਹੜੀ ਮੈਂ ਕੋਈ ਵੀ ਗਲਤੀ ਵੀ ਹੁੰਦੀ ਹੈ ਮੇਰੇ ਤੋਂ, ਉਹ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਚੱਲ ਵੀਡੀਓ 'ਚ ਪਾ ਹੀ ਦਿਓ, ਦੱਸ ਹੀ ਦਿਓ ਇਹਦੇ ਬਾਰੇ ਵੀ। ਕਦੀ ਤਾਂ ਦਿਲ ਨਹੀਂ ਕਰਦਾ, ਕਦੀ ਦਿਲ ਕਰਦਾ ਕਿ ਚੱਲ ਗਲਤੀ ਲਗਾ ਲਓ, ਕੋਈ ਗੱਲ ਨਹੀਂ, ਤਾਂ ਸਾਈਡ ਜਿਹਦੇ ਕਰ ਦਿਓ, ਪਰ ਫਿਰ ਮੈਂ ਸੋਚਦਾ ਕਿ ਨਹੀਂ ਯਾਰ,
ਜਿਹੜੀ ਗਲਤੀ ਆ ਉਹ ਵੀ ਦੱਸ ਦਿਓ ਕਿ ਆਹ ਗਲਤੀ ਮੇਰੇ ਤੋਂ ਹੋਈ ਹੈ, ਫਿਰ ਮੈਂ ਇੱਦਾਂ ਕਰਕੇ ਆਹ ਕਰ ਲਿਆ ਉਹ ਕਰ ਲਿਆ। ਫਿਰ ਉਹ ਇੱਕ ਜੈਨੂਅਨ ਚੀਜ਼ ਲੱਗਦੀ ਆ ਨਾ, ਉਹਦੇ ਨਾਲ ਇੱਦਾਂ ਲੱਗਦਾ ਕਿ ਬੰਦਾ ਆ, ਕੋਈ ਬੜਾ ਪਰਫੈਕਟ ਜਾਂ ਕੋਈ ਕਿਸੇ ਹੋਰ ਪਲੈਨਟ ਤੋਂ ਆਇਆ ਬੰਦਾ ਨਹੀਂ ਆ, ਆਮ ਹੀ ਬੰਦਾ ਬਾਕੀਆਂ ਵਰਗਾ ਜਿਹੜਾ ਕਿ ਗਲਤੀ ਕਰਦਾ ਹੈ, ਸਾਰੇ ਹੀ ਕਰਦੇ ਆ। ਲਓ ਜੀ ਅੱਗੇ ਆ ਜਾਓ। ਅੱਛਾ ਸੋ ਇੱਕ ਹੋਰ ਕਮੈਂਟ ਉਹੀ ਆ ਜਗਦੀਪ ਸਿੰਘ ਦਾ ਕਿ ਟਰੱਕਿੰਗ ਲਾਈਫ ਦੇ ਵਿੱਚ 100 ਚੋਂ ਕਿੰਨੇ % ਜਿਹੜੀ ਅੰਗਰੇਜ਼ੀ ਜਾਂ ਇੰਗਲਿਸ਼ ਦੀ ਜਿਹੜੀ ਲੋੜ ਹੁੰਦੀ ਹੈ ਉਹਦੇ ਬਾਰੇ ਜ਼ਰੂਰ ਦੱਸੀ। ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਹਾਂ ਕਿ ਜੇ % ਦੇ ਵਿੱਚ ਲਾਈਏ ਤਾਂ 100% ਮੰਨ ਲਓ ਕਿ ਤੁਹਾਨੂੰ ਪਰਫੈਕਟ ਇੰਗਲਿਸ਼ ਆਉਂਦੀ ਆ, ਤੇ 0 ਮੰਨ ਲਓ ਕਿ ਤੁਹਾਨੂੰ ਜਮਾ ਇੰਗਲਿਸ਼ ਨਹੀਂ ਆਉਂਦੀ, ਮਤਲਬ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਅੰਗਰੇਜ਼ੀ ਵੀ ਭਾਸ਼ਾ ਹੈਗੀ ਕੋਈ। ਸੋ ਉਸ ਗ੍ਰਾਫ 'ਤੇ ਜੇ ਲਾਉਣਾ ਵਾ ਤਾਂ ਤੁਸੀਂ, ਮੈਂ ਕਹੂੰਗਾ ਕਿ 30% ਤੁਹਾਨੂੰ ਅੰਗਰੇਜ਼ੀ ਆਉਂਦੀ ਹੋਵੇ, 100 ਚੋਂ 30-40 ਦਾ ਤੁਹਾਡਾ ਸਰ ਜਾਂਦਾ ਵਾ ਐਜ਼ ਅ ਟਰੱਕ ਡਰਾਈਵਰ, 30 ਤੇ ਹੀ ਸਰ ਜਾਂਦਾ ਵਾ, 40 ਵੀ ਕਹਿਣ ਦੀ ਲੋੜ ਨਹੀਂ। ਸੋ 30% ਤੁਹਾਨੂੰ ਅੰਗਰੇਜ਼ੀ ਆਉਂਦੀ ਹੋਵੇ, ਤੁਹਾਡਾ ਸਰ ਜਾਂਦਾ ਆ। ਅਲਤਾਫ ਅਲੀ ਨੇ ਪੁੱਛਿਆ ਵਾ ਕਿ ਭਾਜੀ ਕੈਨੇਡਾ में कोरोना वायरस नहीं है क्या? ਅੱਛਾ ਸੋ ਵੀਰੇ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਹੈਗਾ ਆ, ਸਾਰੀ ਦੁਨੀਆ ਦੇ ਵਿੱਚ ਹੈਗਾ ਵਾ। ਇੱਥੇ ਵੀ ਕਰੋਨਾ ਵਾਇਰਸ ਦੇ ਕਰਕੇ ਬਹੁਤ ਹੀ ਜ਼ਿਆਦਾ ਜਿਹੜੇ ਬਿਜ਼ਨਸ ਨੇ ਜਾਂ ਕੰਮ ਨੇ ਬੰਦ ਨੇ, ਤੇ ਬਹੁਤ ਹੀ ਇੰਪੈਕਟ ਹੋ ਰਿਹਾ ਬਹੁਤ ਜ਼ਿਆਦਾ ਲੋਕਾਂ ਨੂੰ। ਟਰੱਕਿੰਗ ਜਿਹੜਾ ਵਾ ਇੱਕ ਅਸੈਂਸ਼ੀਅਲ ਬਿਜ਼ਨਸ ਹੈ ਜਿਹਨੂੰ ਕਹਿੰਦੇ, ਮਤਲਬ ਕਿ ਅਸੈਂਸ਼ੀਅਲ ਜਿਹੜਾ ਜ਼ਰੂਰੀ ਬਿਜ਼ਨਸ ਜਿਹੜਾ ਚੱਲਣਾ ਚਾਹੀਦਾ ਵਾ, ਨਹੀਂ ਤਾਂ ਇਕੋਨਮੀ ਨਹੀਂ ਚੱਲਦੀ, ਉਹਦੇ ਕਰਕੇ ਜਿਹੜਾ ਟਰੱਕਿੰਗ ਜਿਹੜੀ ਆ ਉਹ ਚੱਲੀ ਜਾਂਦੀ ਆ। ਤੇ ਹੋਰ ਵੀ ਜਿਹੜੇ ਅਸੈਂਸ਼ੀਅਲ ਬਿਜ਼ਨਸ ਹੁੰਦੇ ਆ ਉਹ ਖੁੱਲ੍ਹੇ ਨੇ, ਪਰ ਹਾਂ ਜਿਹੜੇ ਬਹੁਤ ਜ਼ਿਆਦਾ ਜਿਹੜੇ ਕੰਮ ਨੇ ਉਹ ਬੰਦ ਨੇ। ਲੋਕਾਂ ਦੇ ਰੈਸਟੋਰੈਂਟ ਜਿਹੜੇ ਨੇ ਉਹ ਸਾਰੇ ਬੰਦ ਨੇ, ਪੱਬ ਬਾਰ ਜਾਂ ਜਿਮ ਜਿਹੜੇ ਨੇ ਉਹ ਵੀ ਸਾਰੇ ਬੰਦ ਨੇ। ਆਪਣਾ ਜਿਮ ਜਿਹੜਾ ਮੈਂ ਜਿਮ ਜਾਂਦਾ ਉਹਨਾਂ ਕਈ ਜਣਿਆਂ ਨੇ ਵੀਡੀਓ ਦੇ ਵਿੱਚ ਦੇਖਿਆ, ਮੈਂ ਕਈ ਵਾਰ ਦਿਖਾਇਆ, ਉਹ ਵੀ ਜਿਹੜਾ ਹੁਣ ਬੰਦ ਹੈ ਇਸ ਵੇਲੇ। ਸੋ ਕਰੋਨਾ ਵਾਇਰਸ ਇੱਥੇ ਵੀ ਹੈਗਾ ਆ, ਪਰ ਹਾਂ ਇੱਥੇ ਪੂਰਾ ਲੋਕਡਾਊਨ ਨਹੀਂ ਕੀਤਾ। ਲੋਕਡਾਊਨ ਜਿਹੜਾ ਵਾ ਲਿਮਿਟਡ ਜਾਵਾ, ਜਿੱਦਾਂ ਕਈ ਚੀਜ਼ਾਂ ਦਾ ਲੋਕਡਾਊਨ ਆ, ਇੱਥੇ ਵੀ ਸੁਜੈਸ਼ਨ ਉਹੀ ਆ ਕਿ ਰੂਲ ਬਣਾਏ ਹੋਏ ਆ ਕਿ ਜ਼ਿਆਦਾ ਲੋਕਾਂ ਦਾ ਇਕੱਠ ਨਾ ਕਰੋ, ਦੂਰ ਰਹਿਣ ਦੀ ਕੋਸ਼ਿਸ਼ ਕਰੋ। ਜਦੋਂ ਆਪਾਂ ਕਿਤੇ ਜਾਂਦੇ ਆ ਦੂਰ ਰਹਿਣ ਦੀ ਸਾਨੂੰ ਸੁਜੈਸ਼ਨ ਦਿੰਦੇ ਆ, ਸਫਾਈ ਰੱਖਣ ਦੀਆਂ ਸਾਰਿਆਂ ਨੂੰ ਕਹਿ ਰਹੇ ਬਾਰ-ਬਾਰ। ਸੋ ਮਤਲਬ ਕਿ ਹੈਗਾ ਕਰੋਨਾ ਵਾਇਰਸ, ਪਰ ਪੂਰਾ ਲੋਕਡਾਊਨ ਨਹੀਂ ਕੀਤਾ ਅਜੇ, ਤਾਂ ਕਰਕੇ ਆਪਾਂ ਜਿਹੜਾ ਕੰਮ ਕਰੀ ਜਾਂਦੇ ਹੈ ਨਾ। ਅੱਛਾ ਸੋ ਇੱਕ ਉਹ ਵੀ ਬੜਾ ਆਉਂਦਾ ਯਾਰ ਕਿ ਵਲੌਗ ਜਿਹੜੇ ਆ ਉਹ ਲੰਬੇ ਬਣਾਇਆ ਕਰ, ਇਹ ਵਾਲਾ ਕਮੈਂਟ ਕਾਫੀ ਆਉਂਦਾ ਆ, ਪਰ ਉਹਦਾ ਕਾਰਨ ਪਰ ਉੱਦਾਂ ਹੀ ਇਹ ਵਾਲਾ ਕਮੈਂਟ ਵੀ ਬੜਾ ਆਉਂਦਾ ਹੈ ਕਿ ਵਲੌਗ ਜਿਹੜੇ ਛੋਟੇ ਬਣਾਇਆ ਕਰ। ਸੋ ਵੀਰੇ ਵਲੌਗ ਲੰਬੇ ਜਾਂ ਛੋਟੇ ਜਾਂ ਜਿਹੜੇ ਵੀ ਟਾਈਮ ਦੇ ਮੈਂ ਬਣਾਉਂਦਾ ਵਾ, ਮੈਂ ਉੱਦਾਂ ਦੇ ਬਣਾਉਂਦਾ ਵਾ ਜਿਹੜੇ ਕਿ ਸਾਰਿਆਂ ਲਈ ਵਧੀਆ ਹੋਣ, ਨਾ ਬਹੁਤੇ ਲੰਬੇ ਹੋਣ ਨਾ ਬਹੁਤੇ ਛੋਟੇ ਹੋਣ। ਜਿਹੜੇ ਛੋਟੇ ਦੇਖਣੇ ਚਾਹੁੰਦੇ ਉਹ ਵੀ ਖੁਸ਼ ਰਹਿਣ, ਜਿਹੜੇ ਲੰਬੇ ਦੇਖਣੇ ਚਾਹੁੰਦੇ ਉਹ ਵੀ ਖੁਸ਼ ਰਹਿਣ। ਜੇ ਤੁਸੀਂ ਲੰਬੇ ਵਲੌਗ ਦੇਖਣਾ ਚਾਹੁੰਦੇ ਹੋ ਫਿਰ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਇੱਕ ਵਲੌਗ ਦੇਖ ਕੇ ਫਿਰ ਦੂਜਾ ਦੇਖ ਲਿਆ ਕਰੋ, ਫਿਰ ਤੀਜਾ ਦੇਖ ਲਿਆ ਕਰੋ, ਮਤਲਬ ਕਿ ਫਿਰ ਤੁਹਾਨੂੰ ਜ਼ਿਆਦਾ ਟਾਈਮ ਤੁਹਾਡਾ ਪਾਸ ਹੋ ਜਾਊਗਾ। ਤਾਂ ਮੇਰੀ ਕੋਸ਼ਿਸ਼ ਰਹੂਗੀ ਕਿ ਅੱਗੇ ਹੁਣ ਜਾਂਦੇ ਆ ਮੈਂ ਯਾਰ ਵੱਧ ਤੋਂ ਵੱਧ ਜਿਹੜੀਆਂ ਵੀਡੀਓਜ਼ ਜਿਹੜੀਆਂ ਬਣਾ ਕੇ ਪਾਈ ਜਾਣੀਆਂ ਨੇ। ਚੈਨਲ ਨੂੰ ਥੋੜ੍ਹਾ ਜਿਹਾ ਸਟਰੋਂਗ ਕਰਨ ਦੀ ਕਰ ਰਿਹਾ ਕੋਸ਼ਿਸ਼। ਤੇ ਹੁਣ ਇੱਕ ਤੁਹਾਨੂੰ ਪੋਡਕਾਸਟ ਜਿਹੜੀ ਇੱਕ ਨਵੀਂ ਚੀਜ਼ ਦੇ ਰਹੇ ਹਾਂ, ਇਹਨੂੰ ਵੀ ਤੁਸੀਂ ਸੁਣ ਸਕਦੇ ਹੋ ਤਾਂ ਕਿ ਤੁਹਾਨੂੰ ਹੋਰ ਇੱਕ ਜ਼ਿਆਦਾ ਇਨਫੋਰਮੇਸ਼ਨ ਜਾਂ ਮਨੋਰੰਜਨ ਜਿਹੜਾ ਉਹ ਮਿਲ ਜੇ, ਹੈ ਨਾ। ਅੱਛਾ ਸੋ ਬਾਈ ਨੇ ਪੁੱਛਿਆ ਵਾ, ਬਾਈ ਤੂੰ USA ਨੂੰ ਚੱਲਦਾ, ਪ੍ਰੀਕਾਸ਼ਨਸ ਵੀ ਨਹੀਂ ਲੈਂਦਾ ਜਾਂ ਸ਼ੋਅ ਨਹੀਂ ਕਰਦਾ ਵੀਡੀਓ 'ਚ, ਧਿਆਨ ਨਾਲ ਕੰਮ ਬਹੁਤ ਵਧਿਆ ਪਿਆ ਉੱਥੇ। ਸੋ ਬਾਈ ਕਰੋਨਾ ਵਾਇਰਸ ਦੀ ਗੱਲ ਕਰ ਰਿਹਾ ਵਾ ਕਿ US ਦੇ ਵਿੱਚ ਕਰੋਨਾ ਵਾਇਰਸ ਕਾਫੀ ਫੈਲਿਆ ਹੋਇਆ, ਮੈਂ ਉੱਧਰ ਨੂੰ ਚੱਲਦਾ ਹਾਂ ਅਤੇ ਪ੍ਰੀਕਾਸ਼ਨਸ ਨਹੀਂ ਲੈਂਦਾ। ਪ੍ਰੀਕਾਸ਼ਨਸ ਵੀਰੇ ਦੇਖੋ ਕਿ ਜ਼ਿਆਦਾ ਤਾਂ ਆਪਾਂ ਐਜ਼ ਅ ਟਰੱਕ ਡਰਾਈਵਰ ਸਿਰਫ ਟਰੱਕ ਦੇ ਵਿੱਚ ਹੀ ਰਹੀਦਾ, ਹੈ ਨਾ, ਕਿ ਕਰੋਨਾ ਵਾਇਰਸ ਦਾ ਉਹਦਾ ਤਾਂ ਡਰ ਤਾਂ ਹੁੰਦਾ ਵਾ ਕਿ ਤੁਸੀਂ ਜਦੋਂ ਜਗ੍ਹਾ 'ਤੇ ਜਾਣਾ ਹੋਵੇ ਐਜ਼ ਅ ਟਰੱਕ ਡਰਾਈਵਰ, ਤਾਂ ਟਰੱਕ 'ਤੇ ਬੈਠੇ ਆ, ਜਿੱਥੇ ਲੋਡ ਲਾਉਣਾ ਆ ਉੱਥੇ ਗਏ, ਉੱਥੇ ਲੋਡ ਲਾਇਆ ਅਤੇ ਵਾਪਸ ਆ ਗਏ ਟਰੱਕ 'ਤੇ ਬੈਠੇ, ਮਤਲਬ ਕਿ ਇੰਨਾ ਜ਼ਿਆਦਾ ਖਤਰਾ ਨਹੀਂ ਹੈ। ਕਿਉਂਕਿ ਮੈਂ ਮਤਲਬ ਜੇ ਰਾਹ ਦੇ ਵਿੱਚ ਕਿਤੇ ਟਰੱਕ ਸਟਾਪ 'ਤੇ ਰੁਕਣਾ ਵਾ, ਉਹ ਵੀ ਉੱਥੇ ਹੱਥ ਹੁੱਥ ਧੋ ਕੇ ਪੂਰਾ ਧਿਆਨ ਰੱਖ ਕੇ ਆਪਾਂ ਆਈਦਾ, ਮਤਲਬ ਕੋਸ਼ਿਸ਼ ਪੂਰੀ ਆ, ਪੂਰੇ ਪ੍ਰੀਕਾਸ਼ਨਸ ਲਈਦੇ ਆ ਜਿੰਨੇ ਕੁ ਦੀ ਲੋੜ ਆ। ਪਰ ਹਾਂ ਉਹਨਾਂ ਰਿਸਕ ਨਹੀਂ ਹੈਗਾ ਕਰੋਨਾ ਵਾਇਰਸ ਦਾ, ਕਿ ਇਹ ਕੰਮ ਆ, ਕੰਮ ਤਾਂ ਕਰਨਾ ਹੀ ਪੈਣਾ। ਜਿੰਨਾ ਟਾਈਮ ਚੱਲਦੇ ਪਏ ਕੰਮ ਉਹਨਾਂ ਟਾਈਮ ਜ਼ਰੂਰ ਕਰਾਂਗੇ। ਬਾਕੀ ਕਰੋਨਾ ਵਾਇਰਸ ਤੋਂ ਪੂਰਾ ਪ੍ਰੀਕਾਸ਼ਨਸ ਜਿੰਨੇ ਕਿ ਜ਼ਰੂਰੀ ਨੇ, ਜਿੰਨੇ ਕਿ ਸਫਾਈ ਰੱਖਣ ਦੀ ਲੋੜ ਆ, ਉਨੀ ਕੁ ਆਪਾਂ ਜ਼ਰੂਰ ਰੱਖ ਰਹੇ ਹਾਂ ਵੀਰੇ। ਸੋ ਟਰੱਕ ਮੇਰਾ ਇਕੱਲੇ ਦਾ ਹੀ ਹੁੰਦਾ, ਕੋਈ ਹੋਰ ਇਸ ਤੇ ਇਹਦੇ ਅੰਦਰ ਨਹੀਂ ਆਉਂਦਾ ਜਾਂ ਕਿਸੇ ਨਾਲ ਬਿਠਾਈ ਦਾ ਨਹੀਂ ਹੈਗਾ, ਜਾਂ ਬਹੁਤੇ ਲੋਕਾਂ ਦੇ ਨਾਲ ਮੱਥਾ ਤਾਂ ਮਾਰੀਦਾ ਨਹੀਂ, ਇਕੱਲੇ ਹੀ ਰਹੀਦਾ, ਇਕੱਲੇ ਹੀ ਟਰੱਕ 'ਤੇ ਜਾ ਕੇ ਤੇ ਵਾਪਸ ਮੁੜ ਆਈਦਾ ਆ। ਸੋ ਤਾਂ ਕਰਕੇ ਕਰੋਨਾ ਵਾਇਰਸ ਤੋਂ ਕੋਈ ਟੈਨਸ਼ਨ ਨਾ ਲਓ ਮੇਰਾ ਵੀਰ। ਕਹਿਰ ਸਿੰਘ ਕਹਿੰਦਾ ਵਾ, ਬਾਈ ਤੂੰ ਹੁਣ ਕਿਸੇ ਦਾ ਰਿਪਲਾਈ ਨਹੀਂ ਕਰਦਾ, ਈਗੋ AF। ਅੱਛਾ ਬਾਈ ਨੂੰ ਰਿਪਲਾਈ ਨਾ ਕਰਨ ਦਾ ਲੱਗਦਾ ਗੁੱਸਾ ਕੀਤਾ ਬਾਈ ਨੇ। ਅੱਛਾ ਬਾਈ ਰਿਪਲਾਈ ਦਾ ਉਹਦਾ ਕੋਈ ਈਗੋ ਨਹੀਂ ਹੈਗਾ ਵੀਰੇ। ਤੁਸੀਂ ਆ ਜਿੰਨਾ ਹੁਣ ਦੇਖੋ ਮੈਂ ਇਕੱਲੇ ਕਮੈਂਟ ਜਿਹੜੇ ਮੈਨੂੰ ਦੇਖਦੇ ਆ ਕਿ ਜਿਨ੍ਹਾਂ ਦਾ ਰਿਪਲਾਈ ਕਰਨਾ ਬਣਦਾ ਮੈਂ ਕਰ ਰਿਹਾ ਰਿਪਲਾਈ, ਪਰ ਰਿਪਲਾਈ ਹੈਗੀ ਜੇ ਮੈਂ ਇਕੱਲੇ ਕਮੈਂਟ ਦਾ ਬਹਿ ਕੇ ਟੈਕਸਟ ਕਰਕੇ ਰਿਪਲਾਈ ਕਰਾਂ ਫਿਰ ਬਹੁਤ ਟਾਈਮ ਲੱਗ ਜਾਂਦਾ, ਹੈ ਨਾ। ਤੇ ਡਰਾਈਵ ਕਰਦੇ ਆ ਤੇ ਟੈਕਸਟ ਕਰਦਾ ਉਹ ਬਹੁਤ ਡੇਂਜਰਸ ਹੁੰਦਾ ਆ, ਪਰ ਬੋਲਣਾ ਜਿਹੜਾ ਥੋੜ੍ਹਾ ਸੌਖਾ ਹੈ, ਤਾਂ ਕਰਕੇ ਮੈਂ ਇੱਕ ਨਵਾਂ ਰਾਸਤਾ ਚੁਣਿਆ ਵਾ ਕਮੈਂਟਾਂ ਦਾ ਰਿਪਲਾਈ ਕਰਨ ਦਾ, ਕਿ ਜਿਹੜਾ ਬੋਲ ਕੇ ਦੇ ਦੇਣੇ। ਸੋ ਤਾਂ ਕਰਕੇ ਤੁਹਾਨੂੰ ਆਹ ਵਾਲੇ ਜਿਹੜੇ ਰਿਪਲਾਈ ਮੈਂ ਕਰ ਰਿਹਾ ਹਾਂ।
ਜਦੋਂ ਹੁਣ ਟਰੱਕ ਚੱਲ ਵੀ ਰਿਹਾ ਮੈਨੂੰ ਲਿਖਣ ਦੀ ਲੋੜ ਨਹੀਂ, ਮੈਂ ਸੜਕ ਤੇ ਧਿਆਨ ਰੱਖ ਸਕਦਾ, ਗੱਲ ਵੀ ਕਰ ਸਕਦਾ ਤੁਹਾਡੇ ਨਾਲ ਜੀ। ਉਹਦੇ ਇਲਾਵਾ ਇੱਕ ਤਾਂ ਫੋਨ ਦੀ ਹੋ ਰਹੀ ਮੈਮਰੀ ਖਤਮ, ਬਹੁਤ ਟਾਈਮ ਹੋ ਗਿਆ ਰਿਕਾਰਡ ਕਰਦੇ ਨੂੰ, ਤੇ ਦੂਜਾ ਆਪਣੀ ਪੋਡਕਾਸਟ ਕਾਫੀ ਲੰਬੀ ਹੋ ਗਈ ਅੱਜ, ਤੇ ਇੱਥੇ ਮੈਂ ਕਰਦਾ ਇਹਨੂੰ ਖਤਮ। ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਨਵੀਂ ਚੀਜ਼ ਜਿਹੜੀ ਕਿਵੇਂ ਲੱਗੀ, ਕੀ ਆਈਡੀਆ ਵਧੀਆ ਲੱਗਾ ਪੋਡਕਾਸਟ ਕਰਨ ਦਾ ਜਾਂ ਨਹੀਂ ਲੱਗਾ, ਜਾਂ ਕੀ ਤੁਹਾਡੇ ਸੁਜੈਸ਼ਨਸ ਨੇ, ਜਿਹੜੇ ਕਮੈਂਟ ਨੇ ਸਵਾਲ ਨੇ ਉਹ ਜ਼ਰੂਰ ਪੁੱਛੋ ਮੈਨੂੰ, ਤਾਂ ਕਿ ਅਗਲੇ ਐਪੀਸੋਡ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਦੇ ਸਕਾਂ, ਮੇਰੇ ਤੋਂ ਕੁਛ ਗੱਲ ਕਰਨ ਦੀ ਹੋਵੇ, ਹੈ ਨਾ। ਸੋ ਕਮੈਂਟ ਆਪਣੇ ਜਿਹੜੇ ਸਵਾਲ ਨੇ ਉਹ ਹੇਠਾਂ ਕਮੈਂਟਾਂ ਦੇ ਵਿੱਚ ਪੁੱਛ ਲਓ ਵੀਰੇ, ਆਪਾਂ ਹੋਰ ਗੱਲ ਕਰਦੇ ਹਾਂ, ਹੋਰ ਆਪਾਂ ਵਿਸਥਾਰ ਦੇ ਵਿੱਚ ਜਾਂਦੇ ਹਾਂ ਤੇ ਬਣਾਉਂਦੇ ਰਹਿੰਦੇ ਇੱਦਾਂ ਦੀਆਂ ਵਲੌਗਸ ਤੁਹਾਨੂੰ ਦਿੰਦੇ ਰਹਿੰਦੇ ਕੁਛ ਨਾ ਕੁਛ। ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਜਾਂ ਫਿਰ ਪੋਡਕਾਸਟ ਦੇ ਵਿੱਚ। ਟਾਟਾ ਬਾਏ ਬਾਏ, ਸਤਿ ਸ਼੍ਰੀ ਅਕਾਲ।